सत श्री अकाल जी सारिਆਂ ਨੂੰ। मैं ਤੁਹਾਡਾ ਆਪਣਾ ਸਤਨਾਮ ਸਿੰਘ ਕੈਂਥ ਲਫ਼ਜ਼ਾਂ ਦੀ ਦੁਨੀਆ YouTube ਚੈਨਲ ਤੇ ਉੱਤੇ ਤੁਹਾਡਾ ਸਵਾਗਤ ਕਰਦਾ ਹਾਂ। ਜਿਵੇਂ ਕਿ ਤੁਹਾਨੂੰ ਕੱਲ ਹੀ ਪ੍ਰੋਫੈਸਰ ਜਸਵੀਰ ਸਿੰਘ ਜੀ ਉਹਨਾਂ ਨੇ ਦੱਸਿਆ ਸੀ ਕਿ ਅਸੀਂ ਮਾਸਟਰ ਕੈਡਰ ਪੰਜਾਬੀ ਲੈਕਚਰਰ ਕੈਡਰ ਪੰਜਾਬੀ UGC ਨੈੱਟ ਜਿਹਨੂੰ ਹੁਣ NTA ਨੈੱਟ ਬੋਲਦੇ ਹਾਂ ਤੇ ਇਸ ਤਰ੍ਹਾਂ ਦੇ ਪੰਜਾਬੀ ਦੇ ਹੋਰ ਜਿਹੜੇ ਪ੍ਰੀਖਿਆਵਾਂ ਹੈਗੀਆਂ ਨੇ ਉਹਨਾਂ ਦੀ ਤਿਆਰੀ ਅਸੀਂ ਹੁਣ ਸ਼ੁਰੂ ਕਰਵਾਉਣ ਜਾ ਰਹੇ ਹਾਂ। ਅਤੇ ਇੱਕ ਗੱਲ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਇਹ ਤਿਆਰੀ ਬਿਲਕੁਲ ਹੀ ਮੁਫਤ, ਹਾਂਜੀ ਬਿਲਕੁਲ ਹੀ ਮੁਫਤ ਕਰਵਾਈ ਜਾਵੇਗੀ। ਤੁਹਾਨੂੰ ਇਸ ਦੇ ਲਈ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਭੁਗਤਾਨ ਕਰਨ ਦੀ ਲੋੜ ਨਹੀਂ। ਅਸੀਂ ਤੁਹਾਡੇ ਤੋਂ ਕੋਈ 1 ਰੁਪਏ ਦੀ ਡਿਮਾਂਡ ਨਹੀਂ ਕਰਾਂਗੇ। ਅਸੀਂ ਆਪਣੀ ਦਿਲੀ ਇੱਛਾ ਰਾਹੀਂ ਵਿਦਿਆਰਥੀਆਂ ਦੇ ਫੋਨ ਆ ਰਹੇ ਸੀ, ਮੈਸੇਜ ਆ ਰਹੇ ਸੀ ਖਾਸ ਤਾਂ ਕਿ ਚਲੋ ਕਿਉਂ ਨਾ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਜਾਵੇ, ਤਾਂ ਉਸੇ ਲੜੀ ਨੂੰ ਸ਼ੁਰੂ ਕਰਦੇ ਹੋਏ ਭਾਵ ਆਧੁਨਿਕ ਪੰਜਾਬੀ ਕਾਵਿ ਵਾਲਾ ਭਾਗ ਸ਼ੁਰੂ ਕਰਾਂਗੇ। ਤਾਂ ਕੋਸ਼ਿਸ਼ ਕਰਾਂਗਾ ਮੈਂ ਹਰ ਰੋਜ਼ ਇੱਕ ਲੈਕਚਰ ਤੁਹਾਨੂੰ ਪ੍ਰੋਵਾਈਡ ਕਰਾਂ। ਹੁਣ ਤੁਹਾਨੂੰ ਦੇ ਸਿਲੇਬਸ ਦੇ ਵਿੱਚ ਆਧੁਨਿਕ ਪੰਜਾਬੀ ਕਾਵਿ ਵਿੱਚ ਭਾਈ ਵੀਰ ਸਿੰਘ ਜਿਹੜੇ ਹੈਗੇ ਆ ਉਹ ਪਹਿਲੇ ਕਵੀ ਨੇ, ਪਰ ਭਾਈ ਵੀਰ ਸਿੰਘ ਜੀ ਦੇ ਬਾਰੇ ਜਾਣਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਆਧੁਨਿਕ ਪੰਜਾਬੀ ਕਾਵਿ ਆਖਿਰਕਾਰ ਹੈ ਕੀ, ਉਹਦੀ ਸ਼ੁਰੂਆਤ ਕਦੋਂ ਹੋਈ। ਤਾਂ ਕਈ ਅਜਿਹੀਆਂ ਗੱਲਾਂ ਨੇ ਜਿਨ੍ਹਾਂ ਬਾਰੇ ਚਾਨਣਾ ਪਾਉਣਾ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਨੂੰ ਅਕਸਰ ਇਹ ਪਤਾ ਨਹੀਂ ਹੁੰਦਾ ਕਿ ਆਧੁਨਿਕ ਪੰਜਾਬੀ ਕਾਵਿ ਹੈ ਕੀ, ਆਧੁਨਿਕਤਾ ਕੀ ਹੈ। ਆਧੁਨਿਕ ਦੀ ਗੱਲ ਕਰੀਏ, ਇਸ ਕਾਵਿ ਦੀ ਬਾਕੀ ਮੱਧਕਾਲ ਦੇ ਕਾਵਿ ਨਾਲੋਂ ਕੀ ਵੱਖਰੇਵਾਂ ਹੈ, ਇਹ ਵਿਦਿਆਰਥੀਆਂ ਨੂੰ ਕਈ ਵਾਰ ਪਤਾ ਨਹੀਂ ਹੁੰਦਾ। ਤਾਂ ਆਧੁਨਿਕ ਦੀ ਗੱਲ ਕਰੀਏ ਤਾਂ ਆਧੁਨਿਕ ਦਾ ਭਾਵ ਹੈ ਜੋ ਤੁਹਾਡੇ ਲਈ ਹੁਣੇ ਵਾਪਰਿਆ ਹੋਵੇ, ਜਿਹਨੂੰ ਆਪਾਂ ਮੋਡਰਨਿਟੀ ਬੋਲ ਦਿੰਦੇ ਹਾਂ, ਜੋ ਹੁਣੇ ਵਰਤਮਾਨ ਵਿੱਚ ਵਾਪਰਿਆ ਹੋਵੇ, ਜਿਹਦੇ ਵਿੱਚ ਸਮਾਨਤਾ ਹੋਵੇ, ਸੰਤੁਲਨ ਹੋਵੇ। ਅਤੇ ਅਗਰ ਆਪਾਂ ਗੱਲ ਕਰੀਏ ਤਾਂ ਕੁਝ ਹੋਰ ਲੱਛਣਾਂ ਦੀ, ਜਿਵੇਂ ਜਿਹਦੇ ਵਿੱਚ ਖਾਸ ਤੌਰ 'ਤੇ ਤਰਕਸ਼ੀਲਤਾ ਹੋਵੇ, ਕਿਉਂਕਿ ਪੁਰਾਣੇ ਸਾਹਿਤ ਵਿੱਚ ਜੋ ਆਧੁਨਿਕ ਤੋਂ ਪਹਿਲਾਂ ਦੀ ਗੱਲ ਕਰੀਏ ਮੱਧਕਾਲ ਦੇ ਸਾਹਿਤ ਵਿੱਚ ਤਰਕਸ਼ੀਲਤਾ ਦੀ ਕਮੀ ਸੀ। ਉੱਥੇ ਹਰ ਗੱਲ ਨੂੰ ਰੱਬੀ ਗਿਆਨ ਨਾਲ ਜੋੜ ਕੇ ਜਾਂ ਇੱਕ ਸਹਿਜ ਵਿਸ਼ਵਾਸ ਨਾਲ ਜੋੜ ਕੇ ਮੰਨਿਆ ਜਾਂਦਾ ਸੀ। ਪਰ ਆਧੁਨਿਕ ਕਾਵਿ ਦੇ ਵਿੱਚ ਤਰਕਸ਼ੀਲਤਾ ਦੇ ਆ ਜਾਣ ਕਰਕੇ, ਭਾਵ ਹਰ ਚੀਜ਼ ਨੂੰ ਪਰਖਣਾ ਤਾਂ ਤਰਕ ਦੇ ਆਧਾਰ 'ਤੇ ਪਰਖਣਾ, ਉਹਦੇ ਪਿੱਛੇ ਕੋਈ ਲੌਜਿਕ ਹੋਏਗਾ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ, ਇਹ ਚੀਜ਼ ਕਿਉਂ ਆਈ, ਇਹ ਪ੍ਰਵਿਰਤੀ ਕਿਉਂ ਚੱਲੀ, ਇਸ ਪਿੱਛੇ ਕੀ ਕਾਰਨ ਰਹੇ, ਨਕਸਲਵਾਦ ਕਿਉਂ ਆਇਆ, ਜੁਝਾਰਵਾਦ ਕਿਉਂ ਆਇਆ। ਇਹ ਸਾਰੀ ਜਾਣਕਾਰੀ ਤੁਹਾਨੂੰ ਜਦੋਂ ਵੀ ਲੈਕਚਰ ਆਇਆ ਕਰੇਗਾ ਨਾਲ ਦਿੰਦੇ ਰਹਾਂਗੇ। ਬਾਕੀ ਯਾਨੀ ਕਿ ਅਗਰ ਅੱਡਰੇਪਨ ਦੀ ਗੱਲ ਕਰੀਏ ਮੱਧਕਾਲ ਨਾਲੋਂ ਆਧੁਨਿਕ ਕਾਲ ਦੀ, ਤਾਂ ਧਰਮ ਨਿਰਪੱਖਤਾ ਇੱਕ ਅਜਿਹਾ ਲੱਛਣ ਆ ਜਾਂਦਾ ਹੈ, ਭਾਵ ਧਰਮ ਤੋਂ ਨਿਰਪੱਖ ਹੋ ਕੇ ਕੱਟੜਤਾ ਜਿਹਦੇ 'ਚ ਨਾ ਹੋਵੇ, ਉਹ ਆਧੁਨਿਕਤਾ ਹੈ। ਮੱਧਕਾਲ ਨਾਲੋਂ ਇਹਦਾ ਇਹ ਵਖਰੇਵਾਂ ਹੈ। ਪਹਿਲਾਂ ਤਾਂ ਵਿਦਿਆਰਥੀਆਂ ਨੂੰ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ। ਦੂਜੀ ਗੱਲ, ਆਧੁਨਿਕ ਕਾਵਿ ਦੀ ਅਗਰ ਗੱਲ ਕਰੀਏ, ਪੰਜਾਬੀ ਕਾਵਿ ਦੀ ਖਾਸ ਤੌਰ ਤੇ ਜਿਹੜਾ ਇਹਦਾ ਆਰੰਭ ਹੈ ਉਹ 20ਵੀਂ ਸਦੀ ਤੋਂ ਵੱਜਦਾ। 1849 ਤੁਸੀਂ ਪਤਾ ਹੀ ਅੰਗਰੇਜ਼ਾਂ ਦਾ ਅਧਿਕਾਰ ਦੀ ਗੱਲ ਕਰੀਏ ਤਾਂ ਉਸ ਸਮੇਂ ਤੋਂ ਹੀ ਲਗਾ ਲਓ ਕਿ ਉਹਨਾਂ ਨੇ ਇੰਨਾ ਕੁਛ ਕੀਤਾ, ਰੇਲਾਂ ਵਿਛਾਈਆਂ, ਜੋ ਤੁਸੀਂ ਤੁਹਾਡੇ ਪੋਲੀਟੀਕਲ ਜਾਂ ਹਿਸਟਰੀ ਦਾ ਪਾਰਟ ਆਪਾਂ ਕਹਾਂਗੇ ਤਾਂ ਉਹਦਾ ਆਪਾਂ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗੇ, ਲੈਕਚਰ ਬਹੁਤ ਲੰਬਾ ਹੋ ਜਾਏਗਾ ਕਿਉਂਕਿ ਆਪਾਂ ਭਾਈ ਵੀਰ ਸਿੰਘ ਵੀ ਕਵਰ ਕਰਨਾ ਹੈ। ਤਾਂ ਉਸ ਸਮੇਂ ਤੋਂ ਆਧੁਨਿਕਤਾ ਦਾ ਦੌਰ ਸ਼ੁਰੂ ਹੁੰਦਾ। ਅਗਰ ਆਪਾਂ ਇਹਨੂੰ ਸਦੀ ਦੇ ਹਿਸਾਬ ਨਾਲ ਵੰਡ ਕਰੀਏ ਤਾਂ ਇਹਨੂੰ ਆਪਾਂ 20ਵੀਂ ਸਦੀ ਬੋਲ ਸਕਦੇ ਹਾਂ। ਤਾਂ ਇਹ ਤੁਸੀਂ ਖਾਸ ਤੌਰ 'ਤੇ ਖਿਆਲ ਰੱਖਣਾ ਹੈ ਕਿ ਆਧੁਨਿਕ ਅਤੇ ਮੱਧਕਾਲ ਜਾਂ ਪੁਰਾਣਾ ਜਿਹੜਾ ਸਾਹਿਤ ਹੈ ਉਹਦੇ ਵਿੱਚ ਨੰਬਰ 1 ਗੱਲ ਯਾਦ ਰੱਖਣੀ ਹੈ, ਵੱਖਰੇਵਾਂ ਇਹ ਹੈ ਕਿ ਪੁਰਾਣੇ ਸਾਹਿਤ ਦੇ ਵਿੱਚ 20ਵੀਂ ਸਦੀ ਤੋਂ ਪਹਿਲਾਂ ਦੇ ਸਾਹਿਤ ਦੇ ਵਿੱਚ ਧਰਮ ਦੀ ਗੱਲ ਹੁੰਦੀ ਸੀ, ਸਹਿਜ ਵਿਸ਼ਵਾਸ ਦੀ ਗੱਲ ਹੁੰਦੀ ਸੀ,
ਕੋਈ ਲੌਜਿਕ ਜਾਂ ਤਰਕਸ਼ੀਲਤਾ ਨਹੀਂ ਹੁੰਦੀ ਸੀ ਉਦੋਂ, ਜਦ ਕਿ ਆਧੁਨਿਕਤਾ ਦੇ ਵਿੱਚ ਇਹ ਸਭ ਕੁਝ ਹੋਣ ਲੱਗ ਪਿਆ। ਸਹਿਜ ਵਿਸ਼ਵਾਸ ਨਹੀਂ ਕੀਤਾ ਜਾਂਦਾ, ਹਰ ਗੱਲ ਨੂੰ ਤਰਕ ਦੇ ਆਧਾਰ 'ਤੇ ਪਰਖਿਆ ਜਾਂਦਾ ਹੈ। ਤਾਂ ਇਹ ਸਭ ਕੁਝ ਆਧੁਨਿਕਤਾ ਦੇ ਵਿੱਚ ਹੁੰਦਾ ਹੈ, ਜੋ ਕਿ 20ਵੀਂ ਸਦੀ ਦਾ ਦੌਰ ਹੈ। ਤਾਂ ਇਹਦਾ ਮੁੱਢ ਜਿਹੜਾ ਵੱਜਿਆ ਉਹ ਭਾਈ ਵੀਰ ਸਿੰਘ ਜੀ ਨੇ ਵੱਜਿਆ। ਹੁਣ ਭਾਈ ਵੀਰ ਸਿੰਘ ਜੀ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਇੱਥੇ ਜੋ ਮੇਨ ਪ੍ਰਸ਼ਨ ਬਣਦਾ ਹੈ, ਜਿਹਦੇ ਵਿੱਚ ਬੱਚੇ ਅਖੀਰ ਦੇ ਵਿੱਚ ਧੋਖਾ ਖਾ ਜਾਂਦੇ ਨੇ ਕਿ ਕਿਹੜਾ ਲੇਖਕ ਜਾਂ ਕਵੀ ਕਿਸ ਪ੍ਰਵਿਰਤੀ ਦੇ ਅਧੀਨ ਆਉਂਦਾ ਹੈ। ਪਹਿਲੀ ਗੱਲ ਤਾਂ ਮੈਂ ਇੱਥੇ ਤੁਹਾਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਕੋਈ ਵੀ ਇੱਕ ਲੇਖਕ ਕਦੇ ਵੀ ਕਿਸੇ ਇੱਕ ਪ੍ਰਵਿਰਤੀ ਦੇ ਅਧੀਨ ਨਹੀਂ ਆਉਂਦਾ ਹੁੰਦਾ। ਉਸ ਉੱਤੇ ਸਮੇਂ ਦੇ ਅਨੁਸਾਰ ਜੋ ਸਮੇਂ 'ਚ ਵਾਪਰ ਰਿਹਾ ਹੁੰਦਾ ਹੈ, ਕਿਉਂਕਿ ਇਹਦਾ ਮਤਲਬ ਇਹੀ ਹੈ ਆਧੁਨਿਕ ਦਾ, ਹੁਣੇ ਹੋਇਆ ਜੋ ਉਸ ਸਮੇਂ ਵਾਪਰਿਆ। ਜਿਵੇਂ ਜਿਵੇਂ ਉਹ ਇਨਸਾਨ ਹੰਢਾਉਂਦਾ ਜਾਂਦਾ ਹੈ ਤਾਂ ਉਹਦੀ ਲਿਖਤ ਦੇ ਵਿੱਚ ਉਹ ਸਭ ਕੁਝ ਆਉਂਦਾ ਜਾਂਦਾ ਹੈ। ਹੋ ਸਕਦਾ ਹੈ ਕਿ ਇੱਕ ਲੇਖਕ ਜਾਂ ਕਵੀ ਨੇ ਦੋ ਪ੍ਰਵਿਰਤੀਆਂ ਅਧੀਨ ਆਪਣਾ ਜੀਵਨ ਹੰਢਾਇਆ ਹੋਵੇ ਜਾਂ ਤਿੰਨ ਪ੍ਰਵਿਰਤੀਆਂ ਅਧੀਨ ਆਪਣਾ ਜੀਵਨ ਹੰਢਾਇਆ ਹੋਵੇ, ਤਾਂ ਉਸ ਉੱਤੇ ਫਿਰ ਉਸ ਦੋ ਜਾਂ ਤਿੰਨ ਪ੍ਰਵਿਰਤੀਆਂ ਦਾ ਹੀ ਅਸਰ ਹੋਏਗਾ। ਹਾਂ, ਇੱਥੇ ਇੱਕ ਗੱਲ ਜ਼ਰੂਰ ਮੰਨਣਯੋਗ ਹੈ ਕਿ ਉਹਨਾਂ ਤਿੰਨ ਪ੍ਰਵਿਰਤੀਆਂ ਜਾਂ ਦੋ ਪ੍ਰਵਿਰਤੀਆਂ ਜਾਂ ਫਿਰ ਚਾਰ ਜਾਂ ਪੰਜ ਪ੍ਰਵਿਰਤੀਆਂ ਵਿੱਚੋਂ ਉਹਦੇ ਉੱਤੇ ਕੋਈ ਇੱਕ ਨਾ ਇੱਕ ਪ੍ਰਵਿਰਤੀ ਜ਼ਰੂਰ ਭਾਰੂ ਹੋਊਗੀ। ਜਿਹੜੀ ਪ੍ਰਵਿਰਤੀ ਉਹਦੇ ਜ਼ਿਆਦਾ ਭਾਰੂ ਹੋਊਗੀ ਆਪਾਂ ਉਸ ਨੂੰ ਉਸ ਪ੍ਰਵਿਰਤੀ ਦੇ ਅਧੀਨ ਮੰਨ ਲੈਂਦੇ ਹਾਂ ਅਤੇ ਪ੍ਰਸ਼ਨ ਦਾ ਉੱਤਰ ਉਸ ਦੇ ਅਨੁਸਾਰ ਹੀ ਪੇਪਰ ਸੈਟਰ ਦੁਆਰਾ ਜਾਂ ਵਿਦਵਾਨਾਂ ਦੁਆਰਾ ਸੈੱਟ ਕੀਤਾ ਜਾਂਦਾ ਜਾਂ ਕਿਤਾਬਾਂ ਵਿੱਚ ਤੁਹਾਨੂੰ ਮਿਲਦਾ। ਅਗਰ ਆਪਾਂ ਭਾਈ ਵੀਰ ਸਿੰਘ ਦੀ ਗੱਲ ਕਰੀਏ ਤਾਂ ਕਈ ਇਹਨਾਂ ਨੂੰ ਰਹੱਸਵਾਦੀ ਜਾਂ ਨਵ ਰਹੱਸਵਾਦੀ ਬੋਲ ਦਿੰਦੇ ਨੇ। ਹੁਣ ਵਿਦਿਆਰਥੀ ਕਈ ਇਸ ਗੱਲ ਨੂੰ ਨਹੀਂ ਜਾਣਦੇ, ਸਿੱਧਾ ਰੱਟਾ ਮਾਰਨ ਦੀ ਕੋਸ਼ਿਸ਼ ਕਰਦੇ ਨੇ। ਆਪਾਂ ਰੱਟੇ ਮਾਰਨ ਤੋਂ ਗੁਰੇਜ਼ ਕਰਨਾ, ਤੁਹਾਨੂੰ ਹਰ ਚੀਜ਼ ਦਾ ਇੱਥੇ ਵਿਸਥਾਰ ਸਹਿਤ ਉੱਤਰ ਮਿਲੂਗਾ। ਤਾਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਰਹੱਸਵਾਦ ਤੇ ਨਵ ਰਹੱਸਵਾਦ ਦੇ ਵਿੱਚ ਫਰਕ ਕੀ ਹੈ। ਹੁਣ ਜੇਕਰ ਰਹੱਸਵਾਦ ਦੀ ਗੱਲ ਕਰੀਏ ਤਾਂ ਜੋ ਸਾਨੂੰ ਸੰਸਾਰ 'ਚ ਦਿਖ ਰਿਹਾ ਹੈ ਉਸ ਪਿੱਛੇ ਕੋਈ ਨਾ ਕੋਈ ਵਾਸਤਵਿਕਤਾ ਜਾਂ ਸੱਚਾਈ ਹੁੰਦੀ ਹੈ। ਪਲੈਟੋ ਦਾ ਵੀ ਇਹ ਮੰਨਣਾ ਹੈ, ਪਲੈਟੋ ਇੱਕ ਵਿਦਵਾਨ ਹੋਇਆ, ਉਹਦਾ ਵੀ ਮੰਨਣਾ ਹੈ ਕਿ ਜਿੰਨੇ ਵੀ ਪਦਾਰਥ ਨੇ ਇਸ ਦੁਨੀਆ ਵਿੱਚ ਸਭ ਮਾਇਆ ਨੇ, ਸਭ ਝੂਠੇ ਨੇ, ਉਹਦੇ ਪਿੱਛੇ ਅਸਲੀਅਤ ਕੁਝ ਹੋਰ ਹੈ ਤੇ ਸਾਰੇ ਇਹ ਪਦਾਰਥ ਨਾਸ਼ਵਾਨ ਨੇ, ਇੱਕ ਦਿਨ ਇਹਨਾਂ ਨੇ ਖਤਮ ਹੋਣਾ ਹੈ। ਅਗਰ ਰਹੱਸਵਾਦ ਦੀ ਗੱਲ ਕਰੀਏ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਬਸ ਆਪਾਂ ਇੱਕ ਵਿਸ਼ਵਾਸ ਕਰ ਲਿਆ ਕਿ ਇਹ ਚੀਜ਼ ਦੀ ਹੋਂਦ ਹੈਗੀ ਹੈ। ਹੋਂਦ ਬੇਸ਼ੱਕ ਹੈਗੀ ਹੈ ਪਰ ਉਹ ਲੰਬੇ ਸਮੇਂ ਦੌਰਾਨ ਤੱਕ ਨਹੀਂ ਹੈਗੀ, ਉਹਨੇ ਨਾਸ਼ਵਾਨ ਹੋਣਾ ਹੈ, ਉਹਨੇ ਖਤਮ ਹੋਣਾ ਹੈ। ਤਾਂ ਜਦੋਂ ਆਪਾਂ ਕਿਸੇ ਚੀਜ਼ ਦੀ ਹੋਂਦ ਮੰਨ ਲੈਂਦੇ ਹਾਂ, ਕਿਸੇ ਚੀਜ਼ ਉੱਤੇ ਵਿਸ਼ਵਾਸ ਧਾਰ ਲੈਂਦੇ ਹਾਂ, ਤਾਂ ਉੱਥੇ ਆਪਾਂ ਰੱਬ ਦਾ ਜ਼ਿਕਰ ਕਰਦੇ ਹਾਂ। ਤਾਂ ਰਹੱਸਵਾਦ ਤੋਂ ਭਾਵ ਇੱਕ ਤਰ੍ਹਾਂ ਦਾ ਰੱਬੀ ਇਸ਼ਕ ਤੋਂ ਵੀ ਹੈ, ਕਿਉਂਕਿ ਅਗਰ ਪੁਰਾਣੇ ਸਮੇਂ ਦੀ ਗੱਲ ਕਰੀਏ, ਸੂਫੀ ਰਹੱਸਵਾਦ ਦੀ ਗੱਲ ਕਰੀਏ, ਅਗਰ ਆਪਾਂ ਮੱਧਕਾਲ ਆਧੁਨਿਕ ਕਾਲ ਤੋਂ ਪਹਿਲਾਂ ਦੇ ਦੌਰ 'ਚ ਚਲੇ ਜਾਈਏ, ਜਦੋਂ ਸੂਫੀਵਾਦ ਦਾ ਦੌਰ ਹੁੰਦਾ ਸੀ ਸ਼ੁਰੂਆਤੀ ਪੜਾਅ ਦੇ ਵਿੱਚ, ਤਾਂ ਉਸ ਸਮੇਂ ਦੌਰਾਨ ਕੱਟੜਤਾ ਹਾਵੀ ਹੁੰਦੀ ਸੀ, ਧਾਰਮਿਕ ਕੱਟੜਤਾ ਖਾਸ ਤੌਰ 'ਤੇ ਹਾਵੀ ਹੁੰਦੀ ਸੀ। ਸੂਫੀਵਾਦ ਰਹੱਸਵਾਦ ਦੀ ਜੇਕਰ ਗੱਲ ਕਰੀਏ ਤਾਂ ਉਹਦੇ ਵਿੱਚ ਰੱਬੀ ਇਸ਼ਕ ਦੀ ਗੱਲ ਹੁੰਦੀ ਸੀ, ਇਸ਼ਕ ਹਕੀਕੀ ਦੀ ਗੱਲ ਹੁੰਦੀ ਸੀ, ਪਰਮਾਤਮਾ ਨਾਲ ਜੁੜਨ ਦੀ ਗੱਲ ਹੁੰਦੀ ਸੀ। ਕਈ ਸੂਫੀ ਕਵੀਆਂ ਦਾ ਜ਼ਿਕਰ ਆਇਆ, ਉਹ ਆਪਾਂ ਇੱਥੇ ਨਹੀਂ ਕਰਾਂਗੇ ਕਿਉਂਕਿ ਆਪਣਾ ਜਿਹੜਾ ਕੰਸੈਪਟ ਹੈਗਾ ਉਹ ਆਧੁਨਿਕਤਾ ਨੂੰ ਲੈ ਕੇ ਹੈ, ਆਧੁਨਿਕ ਪੰਜਾਬੀ ਕਾਵਿ ਨੂੰ ਲੈ ਕੇ ਹੈ। ਤਾਂ ਯਾਨੀ ਕਿ ਰਹੱਸਵਾਦ ਇੱਕ ਤਰ੍ਹਾਂ ਦਾ ਰੱਬੀ ਇਸ਼ਕ ਵੀ ਹੈ। ਤੁਹਾਨੂੰ ਪ੍ਰਸ਼ਨ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਰਹੱਸਵਾਦ ਕੀ ਹੈ, ਤਾਂ ਇਹ ਰੱਬੀ ਇਸ਼ਕ ਵੀ ਹੈ। ਅਜਿਹਾ ਇਸ਼ਕ ਜਿਹੜਾ ਆਪਾਂ ਮੰਨਾਂਗੇ ਕਿ ਸੰਸਾਰ 'ਚ ਇਹ ਚੀਜ਼ ਦਿਖ ਰਹੀ ਹੈ ਸਾਨੂੰ,
ਜੋ ਦਿਖਾਈ ਦੇ ਰਹੀ ਹੈ ਬਟ ਉਹ ਨਾਸ਼ਵਾਨ ਹੈ, ਉਹਦੇ ਪਿੱਛੇ ਅਸਲੀਅਤ ਕੁਝ ਹੋਰ ਹੈ। ਪਰ ਉਸ ਚੀਜ਼ ਨਾਲ ਸਾਡਾ ਇਸ਼ਕ ਹੋ ਗਿਆ। ਕੋਈ ਵੀ ਚੀਜ਼ ਦਿਖ ਰਹੀ ਹੈ ਉਸ ਨਾਲ ਸਾਨੂੰ ਪਿਆਰ ਹੋ ਗਿਆ, ਉਸ ਨਾਲ ਸਾਨੂੰ ਪ੍ਰੇਮ ਹੋ ਗਿਆ, ਕਿਉਂਕਿ ਉਹਦੇ ਵਿੱਚ ਸਾਨੂੰ ਰੱਬ ਦਿਖਦਾ। ਤਾਂ ਇਹ ਰੱਬੀ ਇਸ਼ਕ ਵੀ ਜਿਹੜਾ ਹੈਗਾ ਇੱਕ ਰਹੱਸਵਾਦ ਹੈਗਾ। ਹੁਣ ਰਹੱਸਵਾਦ ਥੋੜ੍ਹਾ ਜਿਹਾ ਤੁਹਾਨੂੰ ਹੋਰ ਸਪਸ਼ਟ ਕਰ ਦੇਵਾਂ। ਰਹੱਸਵਾਦ ਤੋਂ ਫਿਰ ਨਵ ਰਹੱਸਵਾਦ ਤੇ ਕਿਵੇਂ ਪਹੁੰਚੇ ਤੇ ਕੀ ਅੰਤਰ ਹੈ ਇਹਦੇ ਵਿੱਚ। ਹੁਣ ਰਹੱਸਵਾਦ ਦੇ ਵਿੱਚ ਸਿਰਫ ਜੋ ਦਿਖ ਰਿਹਾ ਹੈ ਉਹ ਸੱਚਾਈ ਹੈ, ਜਿਹਦੇ ਪਿੱਛੇ ਵਾਸਤਵਿਕਤਾ ਹੋਰ ਹੈ। ਜਿਵੇਂ ਦਾ ਹੈ ਉਵੇਂ ਦਾ ਮੰਨ ਲਿਆ, ਸਹਿਜ ਸੁਭਾਅ ਉਸ ਨੂੰ ਮੰਨ ਲਿਆ, ਸਹਿਜ ਵਿਸ਼ਵਾਸ ਉਸ ਉੱਤੇ ਕਰ ਲਿਆ ਆਪਾਂ ਨੇ। ਪਰ ਜਦੋਂ 20ਵੀਂ ਸਦੀ ਦੇ ਚੌਥੇ ਪੜਾਅ 'ਤੇ ਪਹੁੰਚੇ, 20ਵੀਂ ਸਦੀ ਦੇ ਅੰਤਵੇਂ ਦਹਾਕੇ 'ਚ ਪਹੁੰਚੇ, ਚੌਥੇ ਦੌਰ 'ਚ ਪਹੁੰਚੇ, ਤਾਂ ਉਸ ਸਮੇਂ ਜਿਹੜਾ ਇਹ ਆਪਾਂ ਕਹਿ ਲਈਏ ਅਣਦੇਖਿਆ ਵਿਸ਼ਵਾਸ ਕਰਨ ਦੀ ਜਿਹੜੀ ਲੀਹ ਚੱਲੀ ਹੋਈ ਸੀ, ਉਹ ਤੋਂ ਥੋੜ੍ਹਾ ਹਟ ਕੇ ਗੱਲ ਕੀਤੀ ਜਾਣ ਲੱਗ ਪਈ। ਤਰਕ ਨੂੰ ਆਧਾਰ ਬਣਾਇਆ ਜਾਣ ਲੱਗ ਪਿਆ। ਉਸੇ ਤਰਕ ਦੇ ਆ ਜਾਣ ਕਰਕੇ ਇਸ ਨੂੰ ਨਵ ਰਹੱਸਵਾਦ ਕਿਹਾ ਜਾਣ ਲੱਗ ਪਿਆ। ਮੋਟੀ ਜਿਹੀ ਗੱਲ ਅਗਰ ਆਪਾਂ ਇਹਨਾਂ ਦਾ ਅੰਤਰ ਕਰਨਾ ਹੋਵੇ ਤਾਂ ਰਹੱਸਵਾਦ ਦੇ ਵਿੱਚ ਜੋ ਸਾਹਮਣੇ ਦਿਸ ਰਿਹਾ ਹੈ, ਜੋ ਸਹਿਜ ਸੁਭਾਅ ਸਾਨੂੰ ਨਜ਼ਰ ਆ ਰਿਹਾ ਹੈ, ਪਰ ਉਹ ਅਸਲੀਅਤ ਨਹੀਂ ਹੈਗੀ, ਉਹਦੇ ਪਿੱਛੇ ਵਾਸਤਵਿਕਤਾ ਕੋਈ ਹੋਰ ਛੁਪੀ ਹੋਈ ਹੈ। ਪਰ ਕਿਉਂਕਿ ਉਹਦੇ ਉੱਤੇ ਕੋਈ ਤਰਕ ਨਹੀਂ, ਕਿਉਂਕਿ ਜਦੋਂ ਤਰਕ ਵਿੱਚ ਸ਼ਾਮਲ ਹੋਏਗਾ ਤਾਂ ਉਹ ਆਪਾਂ ਵਾਸਤਵਿਕਤਾ ਤੱਕ ਪਹੁੰਚਣ ਦਾ ਯਤਨ ਕਰਾਂਗੇ। ਤੇ ਉਸੇ ਵਾਸਤਵਿਕਤਾ ਤੇ ਜਿਹੜੀ ਛੁਪੀ ਹੋਈ ਹੈ, ਜਦੋਂ ਉੱਤੇ ਪਹੁੰਚਣ ਦਾ ਯਤਨ ਕੀਤਾ ਗਿਆ 20ਵੀਂ ਸਦੀ ਦੇ ਹੀ ਚੌਥੇ ਪੜਾਅ ਦੇ ਉੱਤੇ ਜਾ ਕੇ, ਚੌਥੇ ਦਹਾਕੇ ਉੱਤੇ ਜਾ ਕੇ, ਜਦੋਂ ਉਸ ਵਾਸਤਵਿਕਤਾ ਨੂੰ ਖੋਜਿਆ ਜਾਣ ਲੱਗ ਪਿਆ, ਉੱਥੇ ਪਹੁੰਚਣ ਦਾ ਯਤਨ ਕੀਤਾ ਜਾਣ ਲੱਗ ਪਿਆ, ਤਾਂ ਉਸ ਵਿੱਚ ਤਰਕ ਸ਼ਾਮਲ ਹੋ ਗਿਆ। ਤਰਕ ਦਿੱਤਾ ਜਾਣ ਲੱਗ ਪਿਆ ਕਿ ਇਹ ਚੀਜ਼ ਅਗਰ ਦਿਖਾਈ ਦੇ ਰਹੀ ਹੈ ਤਾਂ ਇਹਦੇ ਪਿੱਛੇ ਕਾਰਨ ਕੀ ਹੈ। ਭਾਵ ਨਿਰੀ ਸ਼ਰਧਾ ਨਹੀਂ ਰਹੀ ਹੈਗੀ। ਬਾਅਦ ਵਿੱਚ ਰਹੱਸਵਾਦ ਦੇ ਦੌਰ ਵਿੱਚ ਸ਼ਰਧਾ ਭਾਰੂ ਸੀ। ਨਵ ਰਹੱਸਵਾਦ ਵਿੱਚ ਤਰਕਵਾਦ ਭਾਰੂ ਹੋਇਆ। ਇਹ ਦੋਨਾਂ ਵਿੱਚ ਅੰਤਰ ਹੈ। ਹੁਣ ਅਗਰ ਭਾਈ ਵੀਰ ਸਿੰਘ ਦੀ ਗੱਲ ਕਰੀਏ, ਭਾਈ ਵੀਰ ਸਿੰਘ ਨੇ ਸ਼ੁਰੂਆਤੀ ਦੌਰ ਵਿੱਚ ਆਪਾਂ ਨੂੰ ਪਤਾ ਹੀ ਹੈ, ਦੇਖੋ ਉਹਨਾਂ ਦੇ ਨਾਮ ਤੋਂ ਹੀ ਕਲੀਅਰ ਹੈ ਕਿ ਭਾਈ ਵੀਰ ਸਿੰਘ। ਅਗਰ ਆਪਾਂ ਉਹਨੂੰ ਤਰੀਕੇ ਦੇ ਨਾਲ ਯਾਦ ਕਰਨ ਦੀ ਕੋਸ਼ਿਸ਼ ਕਰੀਏ, ਇੱਕ ਵੀਰ ਪੁਰਸ਼ ਸੀ, ਸਿੰਘ ਲੱਗਿਆ ਹੋਇਆ ਨਾਲ, ਕਿ ਇਹਨਾਂ ਨੇ ਸਿੰਘ ਸਭਾ ਲਹਿਰ 'ਚ ਵੀ ਯੋਗਦਾਨ ਪਾਇਆ ਹੋਊਗਾ। ਤੁਸੀਂ ਆਪਣੀ ਟੈਕਨੀਕ ਕੋਈ ਵੀ ਬਣਾ ਸਕਦੇ ਹੋ ਯਾਦ ਕਰਨ ਦੀ। ਇਸ ਤੋਂ ਇਲਾਵਾ ਮੇਨ ਗੱਲ ਜਿਹੜੀ ਹੈਗੀ ਹੈ, ਤਾਂ ਭਾਈ ਵੀਰ ਸਿੰਘ ਨੂੰ ਨਵ ਅਧਿਆਤਮਕਵਾਦੀ ਕਿਹਾ ਜਾਣ ਲੱਗ ਪਿਆ। ਉਹਦਾ ਕਾਰਨ ਕੀ ਸੀ? ਦੇਖੋ, ਅਧਿਆਤਮਵਾਦ ਤਾਂ ਭਾਈ ਵੀਰ ਸਿੰਘ ਤੇ ਪਹਿਲੀ ਹਾਵੀ ਸੀ, ਸ਼ਰਧਾ ਭਾਰੂ ਸੀ, ਸਿੱਖੀਜ਼ਮ ਰਿਲੀਜਨ ਨਾਲ ਉਹ ਸੰਬੰਧ ਰੱਖਦੇ ਸੀ, ਸ਼ਰਧਾ ਭਾਰੂ ਸੀ। ਤਾਂ ਪਹਿਲਾਂ ਰਹੱਸਵਾਦ ਦਾ ਵੀ ਉਹਨਾਂ ਉੱਤੇ ਅਸਰ ਰਿਹਾ, ਕਿਉਂਕਿ ਰਹੱਸਵਾਦ ਉੱਥੇ ਹੋਏਗਾ ਜਿੱਥੇ ਸ਼ਰਧਾ ਭਾਰੂ ਹੋਏ। ਪਰ ਸਮਾਂ ਬੀਤਦਾ ਗਿਆ ਜਿਵੇਂ ਜਿਵੇਂ, ਕਿਉਂਕਿ ਉਹਨਾਂ ਦੀ ਜਿਹੜੀ ਪੇਸ਼ਕਾਰੀ ਸੀ, ਬੇਸ਼ੱਕ ਉਹਨਾਂ ਦੇ ਜਿਹੜੇ ਕਨਸੈਪਟ ਨੇ, ਆਪਾਂ ਕਹਿ ਦਈਏ ਕਿ ਰਹੱਸ ਹੈ ਜਿਹਦੇ ਵਿੱਚ ਉਹਨਾਂ ਦੇ ਵਿਸ਼ੇ ਨੇ, ਪਰ ਵਿਸ਼ੇ ਨੂੰ ਪੇਸ਼ ਕਰਨ ਦਾ ਤਰੀਕਾ ਸੀ ਜਿਹੜਾ ਉਹਨਾਂ ਦਾ, ਉਹਦੇ ਵਿੱਚ ਤਰਕ ਸੀ। ਵਿਸ਼ੇ ਭਾਵੇਂ ਬੇਸ਼ੱਕ ਉਹਨਾਂ ਦੇ ਰਹੱਸਵਾਦੀ ਸੀ। ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਆਪਾਂ ਕਵਿਤਾ ਪੜ੍ਹਦੇ ਹਾਂ, ਆਪਾਂ ਕਹਿੰਦੇ ਹਾਂ ਵੀ ਰਹੱਸਵਾਦੀ ਕਵੀ ਹੈ। ਕਿਤਾਬਾਂ ਵਿੱਚ ਵੀ ਇਹ ਲਿਖਿਆ ਹੋਇਆ ਮਿਲਦਾ ਕਿ ਰਹੱਸਵਾਦੀ ਕਵੀ ਹੈ ਜੀ। ਹੋਰ ਵੀ ਕਵਿਤਾਵਾਂ ਉਹਨਾਂ ਦੀਆਂ, ਜਿਵੇਂ ਦਿਲ ਤਰੰਗ ਸੰਗ੍ਰਹਿ ਹੈਗਾ, ਉਹ ਨਿੱਕੀਆਂ ਕਵਿਤਾਵਾਂ ਦਾ ਸਭ ਤੋਂ ਪਹਿਲਾ ਸੰਗ੍ਰਹਿ ਉਹਨਾਂ ਦਾ ਹੈਗਾ, ਜੋ 1920 'ਚ ਛਪਿਆ ਸੀ, ਪ੍ਰਕਾਸ਼ਿਤ ਹੋਇਆ ਸੀ। ਉਹ ਪੜ੍ਹਦੇ ਹਾਂ ਤਾਂ ਆਪਾਂ ਨੂੰ ਲੱਗੂਗਾ ਕਿ ਰਹੱਸਵਾਦ ਹੈ। ਵਿਸ਼ੇ ਰਹੱਸਵਾਦ ਸੀ ਬੇਸ਼ੱਕ, ਬਟ ਜਿਹੜੀ ਉਹਨਾਂ ਦੀ ਪੇਸ਼ਕਾਰੀ ਸੀ ਉਹਦੇ ਵਿੱਚ ਇੱਕ ਨਵੀਨਤਾ ਸੀ। ਉਹ ਉਹਨੂੰ ਤਰਕ ਨਾਲ ਸਾਬਿਤ ਕਰਦੇ ਸੀ ਕਿ ਇਹ ਚੀਜ਼ ਕਿਉਂ ਹੈ। ਤਾਂ ਇਹ ਚੀਜ਼ ਹੋਣ ਕਰਕੇ, ਜਾਣੀ ਕਿ ਅਗਰ ਪੁੱਛ ਲਿਆ ਜਾਵੇ ਭਾਈ ਵੀਰ ਸਿੰਘ ਨੂੰ ਨਵ ਅਧਿਆਤਮਵਾਦੀ ਕਿਉਂ ਕਿਹਾ ਜਾਂਦਾ ਹੈ, ਤਾਂ ਉਹਨਾਂ ਦੇ ਜਿਹੜੀ ਵਿਸ਼ੇ ਦੀ ਜਿਹੜੀ ਪੇਸ਼ਕਾਰੀ ਹੈ ਉਹਦੇ ਵਿੱਚ ਨਵੀਨਤਾ, ਇੱਕ ਵੱਖਰਾਪਣ ਹੋਣ ਕਰਕੇ ਹੀ ਉਹਨਾਂ ਨੂੰ ਨਵ ਅਧਿਆਤਮਵਾਦੀ ਦਾ ਦਰਜਾ ਦਿੱਤਾ ਜਾਂਦਾ ਹੈ।
ਜਾਂ ਇਸ ਤਰ੍ਹਾਂ ਕਹਿ ਲਓ ਕਿ ਨਵ ਰਹੱਸਵਾਦ ਦਾ ਦਰਜਾ ਦਿੱਤਾ ਜਾਂਦਾ ਹੈ। ਹੁਣ ਪਹਿਲੀ ਦੱਸ ਚੁੱਕਿਆ ਸੂਫੀ ਰਹੱਸਵਾਦ 'ਚ ਤੇ ਰਹੱਸਵਾਦ 'ਚ ਫਰਕ ਤੁਹਾਨੂੰ ਆਲਰੇਡੀ ਮੈਂ ਦੱਸ ਚੁੱਕਿਆ। ਉਹਨਾਂ ਵਿੱਚ ਕੱਟੜਤਾ ਸੀ, ਧਾਰਮਿਕਤਾ ਭਾਰੂ ਸੀ, ਠੀਕ ਹੈ, ਸ਼ਰਧਾ ਜ਼ਿਆਦਾ ਭਾਰੂ ਸੀ। ਪਰ ਰਹੱਸਵਾਦ ਵਿੱਚ ਸ਼ਰਧਾ ਬੇਸ਼ੱਕ ਭਾਰੂ ਸੀ ਪਰ ਕੱਟੜਤਾ ਨਹੀਂ ਸੀ। ਕੁਝ ਅੰਤਰ ਇਸ ਤਰ੍ਹਾਂ ਦੇ ਆਏ। ਫਿਰ ਰਹੱਸਵਾਦ ਤੋਂ ਅਗਲਾ ਪੜਾਅ ਨਵ ਰਹੱਸਵਾਦ ਦਾ ਆਇਆ, ਜਿਹਦੇ ਵਿੱਚ ਸ਼ਰਧਾ ਬਿਲਕੁਲ ਹੀ ਖਤਮ ਹੋਣੀ ਸ਼ੁਰੂ ਹੋ ਗਈ। ਹਰ ਗੱਲ ਨੂੰ ਤਰਕ ਦੇ ਆਧਾਰ ਦੇ ਉੱਤੇ ਪਰਖਿਆ ਜਾਣ ਲੱਗ ਪਿਆ। ਬੇਸ਼ੱਕ ਅਗਰ ਤੁਹਾਨੂੰ ਕੁਐਸਚਨ ਆਉਂਦਾ ਕਿ ਨਵ ਰਹੱਸਵਾਦ ਦਾ ਸਹੀ ਸੰਚਾਲਕ ਚੁਣਨਾ ਹੋਵੇ, ਆਪਾਂ ਸਾਰੇ ਕਵੀਆਂ ਵਿੱਚੋਂ ਜਿਹੜੇ ਆਪਾਂ ਪੜ੍ਹਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਵੈਸੇ ਤਾਂ ਅਗਰ ਸਹੀ ਸੰਚਾਲਕ ਚੁਣਨਾ ਹੋਵੇ ਨਵ ਰਹੱਸਵਾਦ ਦਾ ਤਾਂ ਉਹ ਪ੍ਰੀਤਮ ਸਿੰਘ ਸਫੀਰ ਹੈ, ਜਿਹਦੀਆਂ ਰਚਨਾਵਾਂ ਵਿੱਚ ਵਲਵਲਾ ਭਾਰੂ ਹੈ, ਬੌਧਿਕਤਾ ਨਹੀਂ ਵਲਵਲਾ ਭਾਰੂ ਹੈ। ਇਹ ਕੀ ਹੈ, ਜਦੋਂ ਆਪਾਂ ਪ੍ਰੀਤਮ ਸਿੰਘ ਸਫੀਰ ਕਰਾਂਗੇ ਉਹਦੇ ਵਿੱਚ ਤੁਹਾਨੂੰ ਮੈਂ ਡਿਟੇਲ 'ਚ ਦੱਸੂਗਾ ਕਿ ਵਲਵਲਾ ਅਤੇ ਬੌਧਿਕਤਾ ਦੇ ਵਿੱਚ ਕੀ ਅੰਤਰ ਹੈਗਾ। ਫਿਲਹਾਲ ਆਪਾਂ ਭਾਈ ਵੀਰ ਸਿੰਘ ਹਾਲੇ ਸ਼ੁਰੂ ਕੀਤਾ ਹੀ ਹੈ। ਮੇਰਾ ਮੇਨ ਮਕਸਦ ਸੀ ਕਿ ਪਹਿਲਾਂ ਤੁਹਾਨੂੰ ਆਧੁਨਿਕਤਾ ਬਾਰੇ ਦੱਸਿਆ ਜਾਵੇ, ਜੋ ਆਪਾਂ ਪੜ੍ਹਨ ਜਾ ਰਹੇ ਹਾਂ, ਰਹੱਸਵਾਦ ਬਾਰੇ ਦੱਸਿਆ ਜਾਵੇ, ਕਿਉਂਕਿ ਜਿਹੜਾ ਕਵੀ ਆਪਾਂ ਪੜ੍ਹਨ ਜਾ ਰਹੇ ਹਾਂ ਉਹਦਾ ਸੰਬੰਧ ਰਹੱਸਵਾਦ ਤੋਂ ਮਗਰੋਂ ਉਹਦੇ ਜਿਹੜੇ ਵਿਸ਼ਿਆਂ ਦੀ ਪੇਸ਼ਕਾਰੀ ਦਾ ਢੰਗ ਸੀ, ਉਸ ਕਰਕੇ ਉਸ ਨੂੰ ਨਵ ਰਹੱਸਵਾਦੀ ਕਿਹਾ ਜਾਣ ਲੱਗਿਆ। ਤਾਂ ਭਾਈ ਵੀਰ ਸਿੰਘ ਇੱਕ ਨਵ ਰਹੱਸਵਾਦੀ ਕਵੀ ਹੋਏ ਨੇ। ਕਿਉਂਕਿ ਸ਼ੁਰੂਆਤ ਇਹਨਾਂ ਤੋਂ ਹੋਈ ਤਾਂ ਇਹ ਆਧੁਨਿਕ ਪੰਜਾਬੀ ਕਾਵਿ ਦੇ ਮੋਢੀ ਮੰਨੇ ਜਾਂਦੇ ਨੇ। ਜਨਮ ਦੀ ਗੱਲ ਕਰੀਏ ਤਾਂ 1872 ਈਸਵੀ ਵਿੱਚ ਇਹਨਾਂ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ। ਇਹਨਾਂ ਦੀ ਮੌਤ ਡਾਇਰੈਕਟ ਯਾਦ ਕਰਨ ਦੀ ਲੋੜ ਨਹੀਂ ਹੁੰਦੀ। ਹੁਣ ਵੈਸੇ ਤੁਹਾਨੂੰ ਦੱਸ ਦੇਣਾ 1957 'ਚ ਮੌਤ ਹੋਈ। ਤੁਸੀਂ 1872 ਦੇ ਵਿੱਚ ਅੰਕੜਾ ਜੋੜ ਲਿਓ। ਜਿਸ ਤਰ੍ਹਾਂ ਅਗਰ ਆਪਾਂ 85 ਜੋੜੀਏ ਤਾਂ 1957 ਬਣ ਜਾਏਗਾ। ਤੁਸੀਂ ਇੰਨਾ ਯਾਦ ਰੱਖਣਾ ਕਿ 85 ਸਾਲ ਦੀ ਉਮਰ ਹੰਢਾਈ, ਤਾਂ ਮੌਤ ਦਾ ਅੰਕੜਾ ਤੁਸੀਂ ਆਪ ਕੱਢ ਲਓਗੇ। ਡਾਇਰੈਕਟ ਤੁਹਾਨੂੰ ਸਿੱਧਾ ਯਾਦ ਕਰਨ ਦੀ ਲੋੜ ਨਹੀਂ, ਕਿਉਂਕਿ ਜਨਮ ਪੁੱਛ ਲਿਆ ਜਾਂਦਾ ਹੈ। ਇਸ ਕਰਕੇ ਜਨਮ ਬਾਰੇ ਮੈਂ ਤੁਹਾਨੂੰ ਦੱਸਿਆ ਇੱਥੇ 1872 'ਚ ਉਹਨਾਂ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ। ਡਾਕਟਰ ਚਰਨ ਸਿੰਘ ਤੇ ਮਾਤਾ ਛਤਰ ਕੌਰ ਜੀ ਦੇ ਘਰ ਹੋਇਆ। ਅਗਰ ਵੰਸ਼ ਪੁੱਛ ਲੈਂਦੇ ਨੇ ਕਿਹੜੇ ਵੰਸ਼ ਨਾਲ ਸੰਬੰਧ ਰੱਖਦੇ ਨੇ ਤਾਂ ਦੀਵਾਨ ਕੋੜਾਮੱਲ ਵੰਸ਼ ਹੋਇਆ, ਉਸ ਵੰਸ਼ ਨਾਲ ਇਹ ਸੰਬੰਧ ਰੱਖਦੇ ਨੇ। ਜਿਹੜੇ ਪ੍ਰਸ਼ਨ ਬਣ ਸਕਦੇ ਨੇ ਉਹਨਾਂ ਉੱਤੇ ਹੀ ਆਪਾਂ ਜ਼ਿਆਦਾ ਡਿਸਕਸ਼ਨ ਕਰਾਂਗੇ। ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ, ਕਿਉਂਕਿ ਉਸ ਸਮੇਂ ਦੌਰਾਨ ਆਧੁਨਿਕ ਪੰਜਾਬੀ ਕਾਵਿ ਦਾ ਆਰੰਭ ਸੀ। ਕਵਿਤਾਵਾਂ ਛੋਟੀਆਂ ਛੋਟੀਆਂ ਲਿਖੀਆਂ ਜਾਂਦੀਆਂ ਸੀ। ਬੇਸ਼ੱਕ ਕਿੱਸਿਆਂ ਤੋਂ ਸ਼ੁਰੂਆਤ ਹੋਈ ਹੋਏਗੀ, ਕਿੱਸੇ ਲਿਖੇ ਗਏ ਸੀ ਪਹਿਲਾਂ, ਬਟ ਜਿਹੜੀਆਂ ਕਵਿਤਾਵਾਂ ਦਾ ਆਰੰਭ, ਛੋਟੀਆਂ ਕਵਿਤਾਵਾਂ ਦਾ ਆਰੰਭ ਜਾਂ ਮੁੱਢ ਵੱਜਿਆ ਆਪਾਂ ਕਹੀਏ, ਜਾਂ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਹੀਏ, ਤਾਂ ਉਹ ਆਪਾਂ ਭਾਈ ਵੀਰ ਸਿੰਘ ਨੂੰ ਕਹਾਂਗੇ। ਇੱਕ ਭਾਈ ਵੀਰ ਸਿੰਘ ਦੀ ਖਾਸ ਗੱਲ ਇਹ ਹੈ ਕਿਉਂਕਿ ਵਿਦਵਾਨ ਬੰਦੇ ਸੀ। ਛੋਟੀ ਉਮਰ ਵਿੱਚ ਹੀ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਪਾਠ ਕਰ ਲਿਆ ਸੀ, ਲਗਭਗ 8 ਸਾਲ ਦੀ ਉਮਰ ਦੇ ਵਿੱਚ। ਇੱਕ ਗੱਲ ਹੋਰ ਖਾਸ ਤੌਰ 'ਤੇ ਜਿਹੜਾ ਕਿਤਾਬਾਂ ਵਿੱਚ ਆਮ ਬਹੁਤ ਘੱਟ ਮਿਲਦਾ ਹੈ, ਪੰਜਾਬ ਦਾ 6ਵਾਂ ਦਰਿਆ ਬੇਸ਼ੱਕ ਪ੍ਰੋਫੈਸਰ ਪੂਰਨ ਸਿੰਘ ਨੂੰ ਮੰਨਿਆ ਜਾਂਦਾ ਹੈ, ਪਰ ਅਗਰ ਸਪੈਸ਼ਲ ਨਾਮ ਖਾਸ ਤੌਰ 'ਤੇ ਨਾਮ ਦੇ ਦੇਣ, ਜਿਸ ਤਰ੍ਹਾਂ ਹਰਿੰਦਰ ਨਾਥ ਚੱਟੋਪਾਧਿਆਏ ਨੇ ਪੰਜਾਬ ਦਾ 6ਵਾਂ ਦਰਿਆ ਕਿਸ ਨੂੰ ਕਿਹਾ, ਤਾਂ ਉੱਥੇ ਫਿਰ ਭਾਈ ਵੀਰ ਸਿੰਘ ਉੱਤਰ ਹੋਏਗਾ। ਇਸ ਤੋਂ ਇਲਾਵਾ ਇਹਨਾਂ ਨੇ ਜੋ ਇੰਨਾ ਇੰਪੋਰਟੈਂਟ ਨਹੀਂ ਹੈਗਾ, ਖਾਲਸਾ ਟਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ 1893 ਦੇ ਈਸਵੀ ਦੇ ਵਿੱਚ। ਇਹ ਇੰਪੋਰਟੈਂਟ 'ਚ ਨਹੀਂ ਆਉਂਦਾ ਹੈਗਾ। ਜਿਹੜੀ ਚੀਜ਼ ਇੰਪੋਰਟੈਂਟ ਹੋਏਗੀ ਮੈਂ ਨਾਲ ਨਾਲ ਦੱਸੂਗਾ। ਹੁਣ ਤੱਕ ਆਪਾਂ ਇੰਪੋਰਟੈਂਟ ਇਹਨਾਂ ਦਾ ਜਨਮ ਕੀਤਾ ਅੰਮ੍ਰਿਤਸਰ ਵਿਖੇ ਹੋਇਆ। ਚਰਨ ਸਿੰਘ ਜੀ ਪਿਤਾ ਜੀ ਦਾ ਨਾਮ 1872 'ਚ ਜਨਮ ਹੋਇਆ। 85 ਸਾਲ ਦੀ ਉਮਰ ਹੰਢਾਈ। ਦੀਵਾਨ ਕੋੜਾਮੱਲ ਵੰਸ਼ ਹੈ। ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ। ਹਰਿੰਦਰ ਨਾਥ ਚੱਟੋਪਾਧਿਆਏ ਦੇ ਅਨੁਸਾਰ ਪੰਜਾਬ ਦਾ 6ਵਾਂ ਦਰਿਆ। ਇਹ ਗੱਲਾਂ ਇੰਪੋਰਟੈਂਟ ਸੀ। ਇੱਕ ਇਹਨਾਂ ਨੇ ਵਜ਼ੀਰ ਹਿੰਦ ਪ੍ਰੈਸ ਚਲਾਇਆ ਸੀ, ਇਹਦੇ ਉੱਤੇ ਵੀ ਕੁਐਸਚਨ ਬਣਨ ਦੇ ਘੱਟ ਚਾਂਸ ਨੇ। 1892 'ਚ ਚਲਾਇਆ ਸੀ ਉਹ। ਤੁਹਾਡੀ ਜਾਣਕਾਰੀ ਹਿੱਤ ਮੈਂ ਇਹ ਨਾਲ ਦੱਸ ਰਿਹਾ, ਪਰ ਪ੍ਰਸ਼ਨ ਇਹਦੇ ਉੱਤੇ ਬਣਨ ਦੇ ਵੀ ਘੱਟ ਹੀ ਚਾਂਸ ਨੇ। ਹੁਣ ਜੋ ਪ੍ਰਸ਼ਨ ਬਣ ਸਕਦਾ ਹੈ
ਕਿ ਇਹਨਾਂ ਨੇ ਇੱਕ ਪੱਤਰ ਚਲਾਇਆ ਸੀ। ਉਹ ਕਿਹੜਾ ਪੱਤਰ ਸੀ? ਨਿਰਗੁਣਿਆਰਾ ਪੱਤਰ ਇਹਨਾਂ ਨੇ ਉਸ ਦੀ ਸ਼ੁਰੂਆਤ ਕੀਤੀ ਸੀ 1899 ਈਸਵੀ ਦੇ ਵਿੱਚ। ਇਹਦੇ ਉੱਤੇ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ। ਹੁਣ ਸਿੰਘ ਸਭਾ ਲਹਿਰ ਮੈਂ ਪਹਿਲੇ ਹੀ ਦੱਸ ਚੁੱਕਿਆ, ਸਿੱਖ ਧਰਮ ਨਾਲ ਪਰਨਾਏ ਹੋਏ ਵਿਅਕਤੀ ਸੀ ਇਹ। ਤਾਂ ਸਿੰਘ ਸਭਾ ਲਹਿਰ ਵਿੱਚ ਇਹਨਾਂ ਦਾ ਯੋਗਦਾਨ ਵਡਮੁੱਲਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਵੱਲੋਂ ਇਹਨਾਂ ਨੂੰ ਡਾਕਟਰ ਆਫ ਓਰੀਐਂਟਲ ਦਾ ਸਨਮਾਨ ਮਿਲਿਆ, ਜੋ ਕਿ 1949 ਈਸਵੀ ਵਿੱਚ ਇਹਨਾਂ ਨੂੰ ਦਿੱਤਾ ਗਿਆ। ਇਹ ਵੀ ਇੰਨਾ ਖਾਸ ਇੰਪੋਰਟੈਂਟ ਕੁਐਸਚਨ ਨਹੀਂ ਬਣਦਾ। ਇਸ ਤੋਂ ਇਲਾਵਾ ਖਾਲਸਾ ਸਮਾਚਾਰ ਪੱਤਰ ਵੀ ਜਾਰੀ ਕੀਤਾ ਇਹਨਾਂ ਨੇ। ਪੰਜਾਬ ਐਂਡ ਸਿੰਧ ਬੈਂਕ ਦੀ ਨੀਂਹ ਰੱਖੀ ਇਹਨਾਂ ਨੇ 1908 ਵਿੱਚ। ਇਹ ਕੁਐਸਚਨ ਇੰਨਾ ਇੰਪੋਰਟੈਂਟ ਤਾਂ ਨਹੀਂ, ਚਲੋ ਫਿਰ ਵੀ ਪੇਪਰ ਸੈਟਰ ਬਣਾ ਸਕਦਾ ਹੈ। ਤਾਂ ਪੰਜਾਬ ਐਂਡ ਸਿੰਧ ਬੈਂਕ ਦੀ ਨੀਂਹ ਕਦੋਂ ਰੱਖੀ? ਤਾਂ 1908 ਈਸਵੀ ਤੁਸੀਂ ਸਾਨੂੰ ਯਾਦ ਕਰ ਸਕਦੇ ਹੋ। ਹਾਂ, ਜਿਹੜਾ ਮੇਨ ਕੁਐਸਚਨ ਬਣਦਾ ਹੈ, ਆਨੰਦ ਮੈਰਿਜ ਐਕਟ। ਆਨੰਦ ਮੈਰਿਜ ਐਕਟ ਕਿਹਦੀ ਅਗਵਾਈ ਹੇਠ ਪਾਸ ਹੋਇਆ? ਤਾਂ ਭਾਈ ਵੀਰ ਸਿੰਘ ਜੀ ਦੀ ਅਗਵਾਈ ਹੇਠ ਇਹ ਐਕਟ ਬਣਿਆ, ਪਾਸ ਹੋਇਆ 1909 ਈਸਵੀ ਦੇ ਵਿੱਚ ਆਪਾਂ ਇਹਨੂੰ ਆਖ ਸਕਦੇ ਹਾਂ। ਵਿਧਾਨ ਸਭਾ ਦਾ ਮੈਂਬਰ ਵੀ ਨਾਮਜ਼ਦ ਹੋਏ ਇਹ 1952 ਈਸਵੀ ਵਿੱਚ। ਕਿਉਂਕਿ ਆਪਣੇ ਸਿਲੇਬਸ ਦੇ ਸਭ ਤੋਂ ਵੱਡੇ ਕਵੀ ਇਹੀ ਨੇ, ਤਾਂ ਇਹਨਾਂ ਬਾਰੇ ਜ਼ਿਆਦਾ ਜਾਣਕਾਰੀ ਆਪਾਂ ਨੂੰ ਯਾਦ ਰੱਖਣੀ ਪੈਣੀ ਹੈ। ਉਸ ਤੋਂ ਇਲਾਵਾ ਇਹਨਾਂ ਨੂੰ ਇੱਕ ਗ੍ਰੰਥ ਭੇਟ ਕੀਤਾ, ਜੋ ਕਿਸੇ ਵੀ ਲੇਖਕ ਦੇ ਸਮੁੱਚੇ ਜੀਵਨ ਨੂੰ ਦੇਖ ਕੇ ਉਹਨੂੰ ਆਧਾਰ ਬਣਾ ਕੇ ਕਿ ਉਹਦਾ ਕੀ ਯੋਗਦਾਨ ਰਿਹਾ, ਚਾਹੇ ਉਹ ਲੇਖਣੀ ਵਿੱਚ ਹੈ, ਚਾਹੇ ਉਹ ਵਿਅਕਤੀਤਵ ਦੇ ਅਨੁਸਾਰ ਹੈ, ਤਾਂ ਉਹਦੇ ਵਾਸਤੇ ਇੱਕ ਗ੍ਰੰਥ ਭੇਟ ਕੀਤਾ ਜਾਂਦਾ ਹੈ। ਇੱਕ ਵੱਡਾ ਸਨਮਾਨ ਹੁੰਦਾ ਹੈ ਜਿਹਨੂੰ ਆਪਾਂ ਅਭਿਨੰਦਨ ਗ੍ਰੰਥ ਕਹਿੰਦੇ ਹਾਂ। ਤਾਂ ਉਹ ਇਹਨਾਂ ਨੂੰ ਮਿਲਿਆ 1954 ਈਸਵੀ ਵਿੱਚ। ਇਹ ਵੀ ਕੁਐਸਚਨ ਇੰਪੋਰਟੈਂਟ ਹੈ। ਅਭਿਨੰਦਨ ਗ੍ਰੰਥ ਭਾਈ ਵੀਰ ਸਿੰਘ ਨੂੰ ਮਿਲਿਆ, ਕਦੋਂ ਮਿਲਿਆ? 1954 ਈਸਵੀ ਦੇ ਵਿੱਚ। ਇਸੇ ਤਰ੍ਹਾਂ ਇਹਨਾਂ ਨੇ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਵੀ ਕੀਤੀ। ਇੰਨਾ ਇੰਪੋਰਟੈਂਟ ਨਹੀਂ ਹੈਗਾ ਇਹ, 1901 ਵਿੱਚ ਕੀਤੀ, ਤਾਂ ਇਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ। ਮੇਨ ਤਾਂ ਅਭਿਨੰਦਨ ਗ੍ਰੰਥ ਵਾਲਾ ਤੁਸੀਂ ਧਿਆਨ ਰੱਖਿਓ, ਠੀਕ ਹੈ ਜੀ। ਵਿਧਾਨ ਸਭਾ ਦਾ ਮੈਂਬਰ ਕਦੋਂ ਨਾਮਜ਼ਦ ਕੀਤਾ ਗਿਆ, ਇਹ ਸਾਨੂੰ ਯਾਦ ਕਰਨ ਦੀ ਵੀ ਇੰਨੀ ਲੋੜ ਨਹੀਂ ਹੈਗੀ। ਆਨੰਦ ਮੈਰਿਜ ਐਕਟ ਵਾਲਾ ਜ਼ਰੂਰ ਕਰ ਲਿਓ ਯਾਦ, ਠੀਕ ਹੈ ਜੀ। ਪੰਜਾਬ ਐਂਡ ਸਿੰਧ ਬੈਂਕ ਵਾਲਾ ਥੋੜ੍ਹਾ ਯਾਦ ਕਰ ਲਿਓ। ਇਸ ਤੋਂ ਇਲਾਵਾ ਮਹਿਕਮਾ ਪੰਜਾਬੀ, ਜਿਹਨੂੰ ਹੁਣ ਭਾਸ਼ਾ ਵਿਭਾਗ ਪੰਜਾਬ ਕਹਿ ਦਿੰਦੇ ਹਾਂ, ਤਾਂ 1951 ਵਿੱਚ ਇਹਨਾਂ ਨੂੰ ਉਸ ਵੱਲੋਂ ਵੀ, ਯਾਨੀ ਕਿ ਭਾਸ਼ਾ ਵਿਭਾਗ ਜਾਂ ਮਹਿਕਮਾ ਪੰਜਾਬੀ ਵੱਲੋਂ ਵੀ ਸਨਮਾਨਿਤ ਕੀਤਾ ਗਿਆ 1951 ਦੇ ਵਿੱਚ। ਆਪ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ ਜੋੜਿਆ। ਸਿੱਖ ਧਰਮ ਨਾਲ ਪਰਨਾਏ ਵਿਅਕਤੀ ਸੀ। ਜਿਹੜਾ ਬੰਦਾ ਸਿੱਖ ਧਰਮ ਖੁਦ ਅਪਣਾ ਰਿਹਾ ਹੋਵੇ ਤਾਂ ਉਹਦੀ ਸੰਗਤ ਕਰਨ ਵਾਲੇ ਵੀ ਕਲੀਅਰ ਹੈ ਕਿ ਉਹਨਾਂ ਉੱਤੇ ਇਹ ਚੀਜ਼ ਦਾ ਅਸਰ ਹੋਏਗਾ। ਤਾਂ ਇਹਨਾਂ ਨੇ ਜਿਹੜੇ ਵੀ ਵਿਅਕਤੀਆਂ ਨੇ ਇਹਨਾਂ ਦੀ ਸੰਗਤ ਕੀਤੀ, ਤਾਂ ਉਹਨਾਂ ਨੂੰ ਵੀ ਸਿੱਖ ਧਰਮ ਨਾਲ ਤੇ ਗੁਰਮਤਿ ਫਿਲਾਸਫੀ ਨਾਲ ਜੋੜਿਆ। ਕਲੀਅਰ ਹੈ ਕਿ ਜਿਹੜਾ ਬੰਦਾ ਸਿੱਖ ਧਰਮ ਨਾਲ ਜੁੜਿਆ ਹੋਇਆ ਹੈ ਤਾਂ ਉਹ ਅਧਿਆਤਮਕਵਾਦੀ ਹੋਏਗਾ। ਤਾਂ ਭਾਈ ਵੀਰ ਸਿੰਘ ਆਪ ਅਧਿਆਤਮਵਾਦੀ ਸੀ। ਸ਼ੁਰੂ ਦਾ ਪੜਾਅ ਇਹਨਾਂ ਦਾ ਰਹੱਸਵਾਦੀ ਰਿਹਾ ਹੈ, ਪਰ ਇਹਨਾਂ ਨੂੰ ਨਵਰਸਵਾਦੀ ਇਸ ਲਈ ਕਹਿ ਦਿੰਦੇ ਹਾਂ ਕਿਉਂਕਿ ਇਹਨਾਂ ਦੀ ਵਿਸ਼ੇ ਦੀ ਜਿਹੜੀ ਪੇਸ਼ਕਾਰੀ ਹੈ ਉਹ 'ਚ ਨਵੀਨਤਾ ਹੈ, ਉਹ 'ਚ ਤਰਕਤ ਹੈ। ਤਰਕ ਦੇ ਆਧਾਰ ਦੇ ਉੱਤੇ ਇਹ ਗੱਲ ਕਰਦੇ ਨੇ ਜਦੋਂ ਵੀ ਰਹੱਸਵਾਦੀ ਕਰਦੇ ਨੇ, ਤਾਂ ਇਸ ਕਰਕੇ ਇਹਨਾਂ ਨੂੰ ਨਵ ਰਹੱਸਵਾਦੀ ਕਵੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਹਾਂ, ਇੱਕ ਹੋਰ ਖਾਸ ਗੱਲ, ਬੇਸ਼ੱਕ ਦੌਰ ਆਧੁਨਿਕਤਾ ਦਾ ਸੀ, ਪਰ ਇਹਦਾ ਮਤਲਬ ਇਹ ਨਹੀਂ ਕਿ ਇਹਨਾਂ ਨੇ ਪਰੰਪਰਾ ਨੂੰ ਬਿਲਕੁਲ ਹੀ ਛੱਡ ਦਿੱਤਾ ਸੀ। ਕਿਉਂਕਿ ਕੋਈ ਵੀ ਸਮਾਜ ਤਰੱਕੀ ਉਦੋਂ ਕਰਦਾ ਹੈ ਜਦੋਂ ਉਹ ਨਾਲ ਆਪਣੇ ਵਿਰਸੇ ਨੂੰ ਜਾਂ ਪਰੰਪਰਾ ਨੂੰ ਲੈ ਕੇ ਚੱਲਦਾ ਹੈ। ਆਪਾਂ ਕਹਿ ਦਿੰਦੇ ਹਾਂ ਕਿ ਕੁਛ ਨਵਾਂ ਆਪਾਂ ਨੇ ਧਾਰਨ ਕਰਨਾ ਹੈ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਇੱਕਦਮ ਪੁਰਾਣਾ ਆਪਾਂ ਛੋੜ ਦਾਂਗੇ। ਤਾਂ ਪੁਰਾਣੇ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ। ਚੱਲਣਾ ਪੈਂਦਾ ਹੀ ਨਹੀਂ, ਉਹ ਆਪਣੇ ਆਪ ਹੀ ਆਪਣੇ ਨਾਲ ਤੁਰਦਾ ਜਾਂਦਾ ਹੈ। ਕੋਈ ਵੀ ਚੀਜ਼ ਨਵੀਂ ਦਾ ਅਸਰ ਹੌਲੀ ਹੌਲੀ ਹੋਣਾ ਸ਼ੁਰੂ ਹੁੰਦਾ ਹੈ, ਪੁਰਾਣੀ ਨਾਲ ਨਾਲ ਚੱਲਦੀ ਹੈ, ਪੁਰਾਣੀ ਹੌਲੀ ਹੌਲੀ ਮਿਟਦੀ ਹੁੰਦੀ ਹੈ।
ਤਾਂ ਇਹਨਾਂ ਨੇ ਪਰੰਪਰਾ ਦਾ ਪੂਰੀ ਤਰ੍ਹਾਂ ਤਿਆਗ ਨਹੀਂ ਕੀਤਾ, ਸਗੋਂ ਪਰੰਪਰਾ ਨੂੰ ਆਧੁਨਿਕਤਾ ਨਾਲ ਮੇਲ ਕਰਕੇ ਸੁਧਾਰਵਾਦੀ ਤੇ ਉਪਦੇਸ਼ਾਤਮਕ ਰਚਨਾਵਾਂ ਪੰਜਾਬੀ ਕਾਵਿ ਜਗਤ ਨੂੰ ਦਿੱਤੀਆਂ, ਜਿਹਦੇ ਨਾਲ ਸੁਧਾਰਵਾਦ ਆ ਸਕੇ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ। ਲੋਕੀ ਜਾਣ ਸਕਣ ਕਿ ਰੱਬ ਦੇ ਅਸਲ ਰੱਬ ਕੀ ਹੈ, ਅਧਿਆਤਮਕਵਾਦ ਕੀ ਹੈ। ਇਹਨਾਂ ਦੀ ਰਚਨਾਵਾਂ ਤੋਂ ਉਹਨਾਂ ਨੂੰ ਉਪਦੇਸ਼ ਮਿਲ ਸਕੇ ਕਿ ਅੰਨ੍ਹੇਵਾਹ ਵਿਸ਼ਵਾਸ ਕਰਨਾ ਹੀ ਸਿਰਫ ਸਹੀ ਨਹੀਂ ਹੁੰਦਾ, ਉਹਦੇ ਪਿੱਛੇ ਤਰਕ ਵੀ ਕੁਝ ਹੋਣਾ ਚਾਹੀਦਾ ਹੈ। ਤਾਂ ਇਹਨਾਂ ਦੀ ਰਚਨਾਵਾਂ ਵਿੱਚ ਸੁਧਾਰਵਾਦੀ ਤੇ ਉਪਦੇਸ਼ਾਤਮਕ ਜਿਹੜਾ ਹੈਗਾ ਉਹ ਜਿਹੜਾ ਮੁਲੰਮਾ ਚੜਿਆ ਹੋਇਆ ਹੈਗਾ ਇਹਨਾਂ ਦੀ ਰਚਨਾਵਾਂ ਦੇ ਉੱਤੇ। ਹੁਣ ਅਗਰ ਮੇਨ ਗੱਲ ਕਰੀਏ ਕਿ ਇਹਨਾਂ ਨੂੰ ਹੁਣ ਐਡਾ ਵੱਡੇ ਵਿਅਕਤੀ ਨੂੰ ਜਿਨ੍ਹਾਂ ਦਾ ਇੰਨਾ ਯੋਗਦਾਨ ਹੋਵੇ, ਜਿੱਥੇ ਪਹਿਲਾਂ ਵੀ ਇੰਨੇ ਅਵਾਰਡ ਮਿਲੇ, ਅਭਿਨੰਦਨ ਗ੍ਰੰਥ ਮਿਲਿਆ ਇਹਨਾਂ ਨੂੰ, ਠੀਕ ਹੈ, ਮਹਿਕਮਾ ਪੰਜਾਬੀ ਜਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਵੀ ਸਨਮਾਨਿਆ ਗਿਆ, ਹੋਰ ਵੀ ਬਹੁਤ ਇਹਨਾਂ ਨੇ ਕਾਰਜ ਕੀਤੇ, ਆਪਾਂ ਪਿੱਛੇ ਜ਼ਿਕਰ ਕੀਤਾ ਹੈ। ਤਾਂ ਫਿਰ ਅਜਿਹੇ ਵਿਅਕਤੀ ਨੂੰ ਸਾਹਿਤ ਅਕਾਦਮੀ, ਖਾਸ ਤੌਰ 'ਤੇ ਭਾਰਤੀ ਸਾਹਿਤ ਅਕਾਦਮੀ ਵੱਲੋਂ ਸਨਮਾਨਿਤ ਨਾ ਕੀਤਾ ਜਾਵੇ, ਇਹ ਤਾਂ ਹੋ ਨਹੀਂ ਸਕਦਾ। ਤਾਂ ਇਹਨਾਂ ਦੀ ਪੁਸਤਕ ਮੇਰੇ ਸਾਈਆਂ ਜੀਓ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ 1955 ਈਸਵੀ ਵਿੱਚ ਸਨਮਾਨਿਤ ਕੀਤਾ ਗਿਆ। ਫਿਰ ਇਹਨਾਂ ਨੂੰ ਇਸ ਤੋਂ ਇਲਾਵਾ 1956 ਵਿੱਚ ਪਦਮ ਭੂਸ਼ਣ ਅਵਾਰਡ ਨਾਲ ਵੀ ਸਨਮਾਨਿਆ ਗਿਆ। ਇੱਕ ਖਾਸ ਗੱਲ ਹੋਰ ਯਾਦ ਰੱਖਣ ਵਾਲੀ ਹੈ, ਰੁਬਾਈ ਦੀ ਸ਼ੁਰੂਆਤ ਕਿਹਨੇ ਕੀਤੀ? ਰੁਬਾਈ, ਜਿਹਨੂੰ ਤੁਰਿਆਈ ਛੰਦ ਵੀ ਕਹਿ ਦਿੰਦੇ ਆ, ਇਹਦੀ ਸ਼ੁਰੂਆਤ ਕਿਹਨੇ ਕੀਤੀ? ਤਾਂ ਉਹ ਵੀ ਆਪਣੇ ਭਾਈ ਸਾਹਿਬ ਜਾਣੀ ਕਿ ਭਾਈ ਵੀਰ ਸਿੰਘ ਜੀ ਦਾ ਇੱਥੇ ਜ਼ਿਕਰ ਆਉਂਦਾ। ਉਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਰੁਬਾਈ ਦੀ, ਜਾਂ ਤੁਰਿਆਈ ਛੰਦ ਕਹਿ ਸਕਦੇ ਹਾਂ ਆਪਾਂ। ਹੁਣ ਹਰ ਇੱਕ ਲੇਖਕ ਦਾ ਆਪਣਾ ਲਿਖਣ ਦਾ, ਬੋਲਣ ਦਾ, ਤੁਰਨ ਦਾ, ਪਹਿਨਣ ਦਾ, ਖਾਣ ਦਾ ਢੰਗ ਜਿਸ ਤਰ੍ਹਾਂ ਹੁੰਦਾ ਹੈ, ਤਾਂ ਉਸ ਤਰ੍ਹਾਂ ਹੀ ਅਗਰ ਆਪਾਂ ਇਹਨਾਂ ਦੀ ਲੇਖਣੀ ਦੀ ਗੱਲ ਕਰੀਏ ਤਾਂ ਜਿਹੜੀ ਇਹਨਾਂ ਦੀ ਸ਼ੈਲੀ ਸੀ, ਜਿਹੜੀ ਇਹਨਾਂ ਦੀ ਕਵਿਤਾਵਾਂ ਦੀ ਸ਼ੈਲੀ ਸੀ, ਸਟਾਈਲ ਸੀ, ਲਿਖਣ ਦਾ ਢੰਗ ਸੀ, ਉਹ ਅੰਗਰੇਜ਼ੀ ਲੇਖਕ ਵੁਡਵਰਥ ਨਾਲ ਮਿਲਦੀ ਜੁਲਦੀ ਸੀ। ਯਾਨੀ ਕਿ ਵੁਡਵਰਥ ਦੀ ਜਿਹੜੀ ਸ਼ੈਲੀ ਸੀ ਲਿਖਣ ਦੀ ਪੋਇਮਸ ਨੂੰ, ਤਾਂ ਉਹਨਾਂ ਦੀ ਇਹਨਾਂ ਦੀ ਕਵਿਤਾਵਾਂ ਦੇ ਵਿੱਚ ਉਹ ਸ਼ੈਲੀ ਝਲਕਦੀ ਸੀ। ਇਹਨਾਂ ਨੂੰ ਅਰਸ਼ਾਂ ਦਾ ਕਵੀ ਵੀ ਮੰਨਿਆ ਜਾਂਦਾ ਰਿਹਾ ਹੈ। ਇਹਨਾਂ ਨੇ ਸਿਰਫ ਕਵਿਤਾਵਾਂ ਹੀ ਨਹੀਂ ਲਿਖੀਆਂ, ਹੋਰ ਕਈ ਵਿਧਾਵਾਂ ਜਿਵੇਂ ਨਿੱਕੀ ਕਹਾਣੀ, ਗੀਤਕਾਰ ਦੇ ਤੌਰ 'ਤੇ ਵੀ ਇਹਨਾਂ ਨੇ ਕੁਝ ਗੀਤ ਲਿਖੇ, ਨਾਵਲਕਾਰ, ਨਿਬੰਧ ਰਚਨਾ ਆਦਿ ਕਈ ਵਿਧਾਵਾਂ ਉੱਤੇ ਆਪਣਾ ਹੱਥ ਅਜ਼ਮਾਇਆ। ਜਿਵੇਂ ਕਿ ਪਹਿਲੇ ਦੱਸ ਚੁੱਕੇ ਹਾਂ ਆਪਾਂ ਕਿ ਇਹਨਾਂ ਦਾ ਜਿਹੜਾ ਦੇਹਾਂਤ ਹੋਇਆ ਉਹ 85 ਸਾਲ ਦੀ ਉਮਰ ਦੇ ਹੰਢਾਉਣ ਤੋਂ ਮਗਰੋਂ ਹੋਇਆ। ਯਾਨੀ ਕਿ ਤੁਸੀਂ 1872 ਵਿੱਚ 85 ਸਾਲ ਜੋੜਦੇ ਹੋ ਤਾਂ 1957 ਦਾ ਅੰਕੜਾ ਨਿਕਲ ਕੇ ਆ ਜਾਂਦਾ ਹੈ। ਤੁਹਾਨੂੰ ਸਿੱਧਾ ਯਾਦ ਕਰਨ ਦੀ ਲੋੜ ਨਹੀਂ, ਤੁਸੀਂ ਸਿਰਫ ਕਿੰਨੀ ਉਮਰ ਹੰਢਾਈ ਉਹ ਯਾਦ ਕਰ ਸਕਦੇ ਹੋ। ਜੇ ਤੁਹਾਨੂੰ ਜਨਮ ਯਾਦ ਹੋਏਗਾ ਤਾਂ ਤੁਸੀਂ ਇਹਨਾਂ ਦੀ ਮੌਤ ਦਾ ਅੰਕੜਾ ਆਪ ਕੱਢ ਲਓਗੇ। ਹੁਣ ਇੱਕ ਇਹ ਵੀ ਜ਼ਿਕਰ ਆਉਂਦਾ ਹੈ ਕਿ ਇਹਨਾਂ ਨੇ ਆਪਣੀ ਮੌਤ ਸਮੇਂ ਕੁਝ ਅੰਤਿਮ ਸ਼ਬਦ ਕਹੇ ਸੀ। ਉਹ ਅੰਤਿਮ ਸ਼ਬਦ ਜੋ ਸੀ ਮੈਂ ਤੁਹਾਨੂੰ ਉਹ ਦੱਸਣਾ ਚਾਹਾਂਗਾ। ਅਬ ਕੀ ਬਾਰ ਬਖਸ਼ ਬੰਦੇ ਕੋ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭੋਜਲ ਫੇਰਾ। ਇਹ ਇਹਨਾਂ ਦੇ ਅੰਤਿਮ ਸ਼ਬਦ ਸੀ ਜਦੋਂ ਇਹਨਾਂ ਦਾ ਦੇਹਾਂਤ ਹੋਇਆ ਸੀ। ਇਹ ਸੀ ਇਹਨਾਂ ਦੀ ਕੁਝ ਜੀਵਨੀ। ਹੁਣ ਤੱਕ ਮੈਂ ਤੁਹਾਨੂੰ ਦੱਸਿਆ ਹੈ ਕਿ ਆਧੁਨਿਕਤਾ ਕੀ ਹੁੰਦੀ ਹੈ, ਆਧੁਨਿਕ ਦਾ ਮੀਨਿੰਗ ਕੀ ਹੈ। ਰਹੱਸਵਾਦ ਬਾਰੇ ਪਹਿਲਾਂ ਜ਼ਿਕਰ ਤਾਂ ਕੀਤਾ ਕਿਉਂਕਿ ਆਪਾਂ ਨੇ ਇੱਕ ਰਹੱਸਵਾਦੀ ਜਾਂ ਖਾਸ ਤੌਰ 'ਤੇ ਮੈਂ ਕਹਾਂਗਾ ਨਵ ਰਹੱਸਵਾਦੀ ਕਵੀ ਦੇ ਬਾਰੇ ਸ਼ੁਰੂਆਤ ਕਰਨੀ ਸੀ। ਤਾਂ ਮੈਂ ਤੁਹਾਨੂੰ ਪਹਿਲਾਂ ਰਹੱਸਵਾਦ ਅਤੇ ਨਵ ਰਹੱਸਵਾਦ ਦੇ ਵਿਚਲੇ ਅੰਤਰ ਨੂੰ ਸਪਸ਼ਟ ਕੀਤਾ। ਹੁਣ ਇਹਨਾਂ ਦੀ ਜੀਵਨੀ ਕਰਨ ਤੋਂ ਬਾਅਦ ਜਿਹੜੇ ਇਹਨਾਂ ਨੇ ਕਾਵ ਸੰਗ੍ਰਹਿ ਰਚੇ ਜਾਂ ਪੁਸਤਕਾਂ ਰਚੀਆਂ, ਅਗਰ ਉਹਨਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਸਭ ਤੋਂ ਪਹਿਲਾਂ ਜ਼ਿਕਰ ਆਉਂਦਾ ਹੈ
सन 1900 ਈਸਵੀ ਵਿੱਚ ਲਿਖੀ ਹੋਈ ਇਹਨਾਂ ਦੀ ਪਹਿਲੀ ਕਾਵਿ ਰਚਨਾ ਨਿਨਾਣ ਭਰਜਾਈ। ਇਹ ਇਹਨਾਂ ਨੇ ਕਿਉਂ ਲਿਖੀ? ਨਿਨਾਣ ਭਰਜਾਈ 1900 ਈਸਵੀ ਵਿੱਚ ਕਿਉਂ ਲਿਖੀ? ਕਿਉਂਕਿ ਇਹਨਾਂ ਦਾ ਇੱਕ ਮੋਟਿਵ ਸੀ ਕਿ ਸਮਾਜ ਨੂੰ ਸੁਧਾਰਿਆ ਜਾਵੇ। ਤਾਂ ਸਮਾਜ ਨੂੰ ਸੁਧਾਰਨ ਵਾਸਤੇ ਇਹਨਾਂ ਨੇ ਨਿਨਾਣ ਭਰਜਾਈ ਜਿਹੜਾ ਕਾਵਿ ਸੰਗ੍ਰਹਿ, ਜਿਹੜੀ ਇਹਨਾਂ ਦੀ ਪਹਿਲੀ ਕਾਵਿ ਰਚਨਾ ਹੈ, ਉਹ ਪੰਜਾਬੀ ਸਾਹਿਤ ਦੀ ਝੋਲੀ ਪਾਇਆ। ਇਸ ਤੋਂ ਮਗਰੋਂ ਇਹਨਾਂ ਨੇ ਮਹਾਕਾਵ ਕਵਿਤਾ ਦਾ ਵੱਡਾ ਰੂਪ ਕਹਿ ਸਕਦੇ ਹਾਂ ਆਪਾਂ, ਠੀਕ ਹੈ ਜੀ, ਜਿਹੜਾ ਸਰਗਾਂ ਵਿੱਚ ਲਿਖਿਆ ਜਾਂਦਾ ਹੈ। ਤਾਂ ਮਹਾਕਾਵ ਰਚਿਆ ਇਹਨਾਂ ਨੇ ਮਗਰੋਂ। ਰਾਣਾ ਸੂਰਤ ਸਿੰਘ ਦੇ ਸਿਰਲੇਖ ਹੇਠ ਛਪਿਆ। ਪਹਿਲਾਂ ਇਹ ਟਰੈਕਟਾਂ ਦੇ ਰੂਪ 'ਚ ਛਪਿਆ, ਛੋਟੇ ਛੋਟੇ ਪਾਰਟਸ ਦੇ ਰੂਪ 'ਚ ਛਪਿਆ। ਬਾਅਦ ਵਿੱਚ 1919 ਈਸਵੀ ਵਿੱਚ ਪੁਸਤਕ ਰੂਪ ਵਿੱਚ ਛਪਿਆ। 1905 ਈਸਵੀ ਵਿੱਚ ਇਹ ਟਰੈਕਟਾਂ ਦੇ ਰੂਪ ਵਿੱਚ ਛਪਦਾ ਰਿਹਾ। 1919 ਵਿੱਚ ਇਸਨੇ ਪੁਸਤਕ ਦਾ ਰੂਪ ਧਾਰਨ ਕੀਤਾ। ਹੁਣ ਮੈਂ ਤੈਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਸਰਗਾਂ ਵਿੱਚ ਵੰਡਿਆ ਗਿਆ। ਇਹ ਸਰਗ ਯਾਨੀ ਕਿ ਭਾਗ ਬਣਾਏ ਗਏ ਨੇ ਇਹਦੇ। ਤਾਂ ਟੋਟਲ ਰਾਣਾ ਸੂਰਤ ਸਿੰਘ ਦੇ 35 ਸਰਗ ਨੇ। ਹੁਣ ਇਸ ਰਾਣਾ ਸੂਰਤ ਸਿੰਘ ਦੇ ਵਿੱਚ ਅਗਰ ਇਹਦੇ ਵਿਸ਼ੇ ਦੀ ਗੱਲ ਕਰੀਏ ਤਾਂ ਇਸਨੇ ਕੀ ਜ਼ਿਕਰ ਕੀਤਾ ਹੈ? ਭਾਈ ਸਾਹਿਬ ਜੀ ਨੇ ਇਸ ਵਿੱਚ ਕੀ ਜ਼ਿਕਰ ਕੀਤਾ ਹੈ? ਤਾਂ ਰਾਣੀ ਰਾਜ ਕੌਰ ਦੀ ਪੀੜ ਨੂੰ ਬਿਆਨ ਕੀਤਾ ਹੈ। ਕਿਸ ਤਰ੍ਹਾਂ ਦੀ ਪੀੜ? ਕਿਉਂਕਿ ਉਹਨਾਂ ਦੇ ਪਤੀ ਦੀ ਡੈਥ ਹੋ ਗਈ ਸੀ, ਰਾਣਾ ਸੂਰਤ ਸਿੰਘ ਦੀ ਮੌਤ ਹੋ ਗਈ ਸੀ। ਉਹਨਾਂ ਦੀ ਮੌਤ ਦੇ ਵਿੱਚੋਂ ਮਗਰੋਂ ਬਿਰਹੋਂ ਵਿੱਚ ਤੜਫ ਰਹੀ ਸੀ, ਦੁਖੀ ਭਾਵਾਂ ਨਾਲ ਤੜਫ ਰਹੀ ਸੀ। ਸਾਰਾ ਸੰਸਾਰ ਉਹਨੂੰ ਖਾਲੀ ਖਾਲੀ ਲੱਗ ਰਿਹਾ ਸੀ। ਤਾਂ ਭਾਈ ਸਾਹਿਬ ਨੇ ਕੀ ਕੀਤਾ? ਰਾਣੀ ਰਾਜ ਕੌਰ ਦੀ ਪੀੜ ਨੂੰ ਖਤਮ ਕਿਵੇਂ ਕੀਤਾ? ਫਿਰ ਉਸ ਨੂੰ ਗੁਰਬਾਣੀ ਨਾਲ ਜੋੜਿਆ। ਰਾਣੀ ਰਾਜ ਕੌਰ ਜਿਹੜੀ ਤੜਫ ਰਹੀ ਸੀ ਰਾਣਾ ਸੂਰਤ ਸਿੰਘ ਦੀ ਮੌਤ ਕਰਕੇ, ਉਸ ਦੀ ਤੜਫ ਨੂੰ ਦੂਰ ਕਰਨ ਲਈ ਉਸ ਨੂੰ ਗੁਰਮਤਿ ਨਾਲ ਯਾਨੀ ਕਿ ਗੁਰਬਾਣੀ ਨਾਲ ਜੋੜਿਆ। ਇਸ ਤਰ੍ਹਾਂ ਉਹਨਾਂ ਨੇ ਇੱਕ ਆਦਰਸ਼ ਗੁਰਮੁਖ ਦੇ ਜ਼ਰੀਏ ਇੱਕ ਚੰਗੇਰੀ ਨਾਰੀ ਦਾ ਚਰਿੱਤਰ ਵੀ ਪੇਸ਼ ਕੀਤਾ। ਗੁਰਮੁਖ ਨਾਲ ਜੋ ਕੋਈ ਗੁਰਮੁਖ ਬੰਦਾ ਜਦੋਂ ਬਣ ਜਾਂਦਾ ਹੈ ਤਾਂ ਉਹਦਾ ਚਰਿੱਤਰ ਵੀ ਬਹੁਤ ਵਧੀਆ ਹੋ ਜਾਂਦਾ ਹੈ। ਤਾਂ ਉਹਨਾਂ ਨੇ ਇਸ ਤਰ੍ਹਾਂ ਇੱਕ ਇਸਤਰੀ ਦਾ ਵੀ, ਇਸਤਰੀ ਪੁਰਖ ਦੇ ਭੇਦ ਨੂੰ ਮਿਟਾ ਦਿੱਤਾ। ਕਿਉਂਕਿ ਸਿੰਘਣੀ ਇੱਕ ਤਰ੍ਹਾਂ ਦੀ ਉਹਨਾਂ ਨੇ ਇੱਕ ਸਿੰਘਣੀ ਨੂੰ ਜਨਮ ਦਿੱਤਾ, ਆਪਾਂ ਇਹ ਕਹਿ ਸਕਦੇ ਹਾਂ। ਇੱਕ ਆਮ ਇਸਤਰੀ ਨੂੰ ਜਿਹੜੀ ਤੜਫ ਰਹੀ ਸੀ ਪਹਿਲਾਂ, ਉਹਨੂੰ ਗੁਰਮਤਿ ਨਾਲ ਜੋੜਨ ਤੋਂ ਮਗਰੋਂ, ਠੀਕ ਹੈ, ਇੱਕ ਇਸਤਰੀ ਪੁਰਖ ਦਾ ਭੇਦ ਖਤਮ ਕਰਤਾ। ਤਾਂ ਇੱਕ ਸਿੰਘਣੀ ਜੋ ਆਪਣੇ ਸਿੱਖ ਧਰਮ ਵਾਸਤੇ ਕੁਝ ਅੱਗੇ ਜਾ ਕੇ ਕਰ ਸਕੇ, ਤਾਂ ਉਹਨਾਂ ਨੇ ਉਸ ਇਸਤਰੀ ਨੂੰ ਇਸ ਤਰ੍ਹਾਂ ਦਾ ਬਣਾਇਆ। ਪੰਜਾਬੀ ਦਾ ਇਹ ਪਹਿਲਾ ਅਜਿਹਾ ਮਹਾਕਾਵ ਹੈ, ਮੈਂ ਫਿਰ ਇਸ ਗੱਲ ਨੂੰ ਦੁਹਰਾਊਂਗਾ, ਪੰਜਾਬੀ ਦਾ ਇਹ ਪਹਿਲਾ ਅਜਿਹਾ ਮਹਾਕਾਵ ਹੈ ਜੋ ਸਿਰਖੰਡੀ ਛੰਦ ਵਿੱਚ ਲਿਖਿਆ ਗਿਆ। ਛੰਦਾਂ ਦਾ ਜ਼ਿਕਰ ਅੱਗੇ ਆਊਗਾ, ਉਹ ਵੀਰ ਕਾਵਿ ਵਾਲੇ ਭਾਗ ਵਿੱਚ ਤੁਹਾਨੂੰ ਦੱਸਿਆ ਜਾਊਗਾ, ਵੀਰ ਕਾਵਿ ਤੇ ਕਿੱਸਾ ਕਾਵਿ ਵਾਲੇ ਭਾਗ ਵਿੱਚ। ਤਾਂ ਸਿਰਖੰਡੀ ਛੰਦ ਵਿੱਚ ਲਿਖਿਆ ਜਾਣ ਵਾਲਾ ਪਹਿਲਾ ਮਹਾਕਾਵਿ ਜਿਹੜਾ ਹੈਗਾ ਜੀ ਰਾਣਾ ਸੂਰਤ ਸਿੰਘ ਹੈ ਜੀ। ਇਸ ਤੋਂ ਮਗਰੋਂ ਇਹਨਾਂ ਨੇ ਭਰਥਰੀ ਹਰੀ ਦੇ ਜੀਵਨ ਉੱਤੇ ਇੱਕ ਪੁਸਤਕ, ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ, ਪੰਜਾਬੀ ਸਾਹਿਤ ਦੀ ਝੋਲੀ ਪਾਈ। ਇੰਨਾ ਖਾਸ ਇੰਪੋਰਟੈਂਟ ਨਹੀਂ। ਰਾਣਾ ਸੂਰਤ ਸਿੰਘ ਇੰਪੋਰਟੈਂਟ ਸੀ। ਨਿਨਾਣ ਭਰਜਾਈ ਇਸ ਕਰਕੇ ਇੰਪੋਰਟੈਂਟ ਸੀ ਕਿਉਂਕਿ ਇਹਨਾਂ ਦੀ ਪਹਿਲੀ ਕਾਵਿ ਰਚਨਾ ਹੈਗੀ ਹੈ, ਇਸ ਕਰਕੇ ਯਾਦ ਰੱਖਣਾ ਪਏਗਾ। ਭਰਥਰੀ ਹਰੀ ਵੈਸੇ ਦੱਸ ਦਿੰਦਾ ਮੈਂ, ਜਿਹੜੀ ਜੀਵਨ ਤੇ ਨੀਤੀ ਸ਼ਤਕ ਹੈ 1916 ਈਸਵੀ ਵਿੱਚ ਪ੍ਰਕਾਸ਼ਿਤ ਹੋਈ, ਪਰ ਇੰਨੀ ਮਹੱਤਵਪੂਰਨ ਪੇਪਰ ਦੇ ਪੁਆਇੰਟ ਆਫ ਵਿਊ ਨਹੀਂ ਹੈਗੀ। ਦਿਲ ਤਿਰੰਗ ਨੂੰ ਮੈਂ ਇੰਪੋਰਟੈਂਟ ਇਸ ਲਈ ਕਹਾਂਗਾ ਕਿਉਂਕਿ ਅਗਰ ਪੁੱਛ ਲਿਆ ਜਾਵੇ ਕਿ ਭਾਈ ਸਾਹਿਬ ਦੀ ਨਿੱਕੀਆਂ ਕਵਿਤਾਵਾਂ ਦਾ ਸਭ ਤੋਂ ਪਹਿਲਾ ਸੰਗ੍ਰਹਿ ਕਿਹੜਾ ਹੈ, ਤਾਂ ਉਹ ਦਿਲ ਤਿਰੰਗ ਹੈ। ਇਸ ਕਰਕੇ ਇਹ ਤੁਹਾਨੂੰ ਯਾਦ ਰੱਖਣਾ ਪਏਗਾ, ਦਿਲ ਤਿਰੰਗ, ਕਿਉਂਕਿ ਦਿਲ ਛੋਟਾ ਜਿਹਾ ਹੁੰਦਾ ਬਿਲਕੁਲ ਇਨਸਾਨ ਦਾ। ਤਾਂ ਛੋਟੀਆਂ ਕਵਿਤਾਵਾਂ ਦਾ ਪਹਿਲਾ ਕਾਵਿ ਸੰਗ੍ਰਹਿ ਇਹਨਾਂ ਦਾ ਹੈਗਾ, ਜੋ ਕਿ 1920 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ।
ਇਸ ਤੋਂ ਇਲਾਵਾ ਲਹਿਰਾਂ ਦੇ ਹਾਰ 1921 ਵਿੱਚ, ਇੰਨਾ ਖਾਸ ਇੰਪੋਰਟੈਂਟ ਨਹੀਂ, ਇਕੱਲਾ ਨਾਮ ਪੁੱਛ ਸਕਦੇ ਆ। ਸਨ ਲਹਿਰਾਂ ਦੇ ਹਾਰ ਦਾ ਇੰਨਾ ਮਹੱਤਵਪੂਰਨ ਨਹੀਂ ਹੈਗਾ। ਹਾਂ, ਇੱਕ ਇੰਪੋਰਟੈਂਟ ਜੋ ਕੁਐਸਚਨ ਹੋ ਰਿਹਾ ਹੈ ਕਿ ਰੁਬਾਈਆਂ, ਜਿਹੜਾ ਆਪਾਂ ਕਿਹਾ ਨਾ ਰੁਬਾਈ ਦਾ ਸ਼ੁਰੂਆਤ ਕੀਤੀ ਇਹਨਾਂ ਨੇ, ਤੁਰਿਆਈ ਛੰਦ ਜਿਹਨੂੰ ਕਹਿੰਦੇ ਆ, ਤਾਂ ਉਹ ਵਾਲਾ ਕਾਵਿ ਸੰਗ੍ਰਹਿ ਕਿਹੜਾ ਹੈ ਜਿਹਦੇ ਵਿੱਚ ਰੁਬਾਈਆਂ ਦਰਜ ਨੇ? ਤਾਂ ਉਹ ਹੈਗਾ ਤਰੇਲ ਤੁਪਕੇ 1921 ਵਿੱਚ। ਇਹ ਤੁਹਾਨੂੰ ਯਾਦ ਕਰਨਾ ਪਏਗਾ ਕਿਉਂਕਿ ਇਹ 'ਚ ਵੀ ਇੱਕ ਖਾਸੀਅਤ ਆ ਗਈ, ਸਪੈਸ਼ਲ ਚੀਜ਼ ਆ ਗਈ ਰੁਬਾਈਆਂ। ਜਿਵੇਂ ਛੋਟੀਆਂ ਕਵਿਤਾਵਾਂ ਦਾ ਸੰਗ੍ਰਹਿ ਦਿਲ ਤਰੰਗ, ਰੁਬਾਈਆਂ ਦਾ ਤਰੇਲ ਤੁਪਕੇ, ਮਹਾਂਕਾਵ ਰਾਣਾ ਸੂਰਤ ਸਿੰਘ, ਪਹਿਲਾ ਕਾਵਿ ਸੰਗ੍ਰਹਿ ਨਿਨਾਨ ਭਰਜਾਈ। ਇਸ ਤਰੀਕੇ ਨਾਲ ਜਿਹੜੇ ਜਿਹਨਾਂ ਦੇ ਉੱਤੇ ਸਪੈਸ਼ਲ ਟੈਗ ਲੱਗਿਆ ਹੋਇਆ, ਪਹਿਲਾ ਕਿਹੜਾ ਹੈ, ਰੁਬਾਈਆਂ ਵਾਲਾ ਕਿਹੜਾ ਹੈ, ਮਹਾਂਕਾਵ ਕਿਹੜਾ ਹੈ, ਤਾਂ ਉਹ ਵਾਲੇ ਆਪਾਂ ਨੂੰ ਖਾਸ ਤੌਰ 'ਤੇ ਯਾਦ ਕਰਨੇ ਹੁੰਦੇ ਨੇ। ਫਾਲਤੂ ਦੀ ਚੀਜ਼ ਵੀ ਨਹੀਂ ਪੜ੍ਹਨੀ ਹੁੰਦੀ। ਹੁਣ ਗੋਦਾਵਰੀ ਦਾ ਗੀਤ ਹੈ, ਇੰਨਾ ਇੰਪੋਰਟੈਂਟ ਨਹੀਂ ਹੈਗਾ ਇਹਨਾਂ ਦਾ, ਜੋ ਕਿ 1922 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਜੀਵਨ ਕੀ ਹੈ 1922 ਚ ਹੋਇਆ, ਇਹ ਵੀ ਇੰਨਾ ਇੰਪੋਰਟੈਂਟ ਨਹੀਂ ਹੈਗਾ। ਪੁਸ਼ਪਾਵਤੀ ਚੰਦਰਾਵਤ 1922 ਵਿੱਚ ਹੋਇਆ, ਇਹ ਵੀ ਇੰਨਾ ਇੰਪੋਰਟੈਂਟ ਨਹੀਂ ਹੈਗਾ। ਬਿਸਮਿਲ ਮੋਰ, ਬਿਸਮਿਲ ਮੋਰ ਥੋੜ੍ਹਾ ਯਾਦ ਰੱਖਣਾ ਪਏਗਾ, ਠੀਕ ਹੈ ਜੀ। ਬਿਸਮਿਲ ਮੋਰ ਹੋ ਗਿਆ, ਫੁੰਡਿਆ ਤੋਤਾ, ਬੁਲਬੁਲ ਤੇ ਰਾਹੀ, ਇਹ ਕੁਝ ਕਵਿਤਾਵਾਂ ਨੇ ਇਹਨਾਂ ਦੀਆਂ, ਜਾਂ ਰੁਬਾਈਆਂ ਕਹਿ ਲਈਏ ਹੈਗੀਆਂ ਨੇ। ਹਾਂ, ਤਾਂ ਇਹ ਬਿਸਮਿਲ ਮੋਰ ਜਿਹੜਾ ਸੰਗ੍ਰਹਿ ਹੈ 1922 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਪ੍ਰੀਤ ਵੀਣਾ, ਅਗਰ ਇਹਨਾਂ ਦੇ ਸਨਾਂ ਦੀ ਗੱਲ ਕਰੀਏ ਤਾਂ ਮਟਕ ਹੁਲਾਰੇ 1922 ਵਿੱਚ, ਬਿਜਲੀਆਂ ਦੇ ਹਾਰ 1927 ਵਿੱਚ, ਪ੍ਰੀਤ ਵੀਣਾ 1929 ਵਿੱਚ। ਕੰਬ ਦੀ ਕਲਾਈ, ਇਹ ਇੰਪੋਰਟੈਂਟ ਹੈ, ਕੰਬ ਦੀ ਕਲਾਈ, ਇਹਦੀਆਂ ਕਈ ਵਾਰ ਸਤਰਾਂ ਵੀ ਪਾ ਦਿੰਦੇ ਨੇ। 1933 ਈਸਵੀ ਵਿੱਚ ਮੇਰੇ ਸਾਈਆਂ ਜੀਓ ਬਾਰੇ ਆਪਾਂ ਜ਼ਿਕਰ ਕਰ ਚੁੱਕੇ ਹਾਂ, ਜਿਹਨੂੰ ਸਾਹਿਤ ਅਕਾਦਮੀ ਅਵਾਰਡ ਵੀ ਮਿਲਿਆ 1955 ਦੇ ਵਿੱਚ। ਇਸ ਤੋਂ ਇਲਾਵਾ ਵੀ ਇਹਨਾਂ ਨੇ ਆਵਾਜ਼ ਆਈ, ਸਿੱਕਾਂ ਸਦਰਾਂ, ਸਾਹਿਤਿਕ ਕਲੀਆਂ, ਇੰਨੇ ਇੰਪੋਰਟੈਂਟ ਸੰਗ੍ਰਹਿ ਨਹੀਂ ਹੈਗੇ ਇਹ, ਇਹਨਾਂ ਦੀ ਰਚਨਾ ਵੀ ਭਾਈ ਸਾਹਿਬ ਨੇ ਕੀਤੀ। ਹੁਣ ਜੇਕਰ ਆਪਾਂ ਕੁਝ ਖਾਸ ਇਹਨਾਂ ਦੀਆਂ ਕਵਿਤਾਵਾਂ ਦਾ ਜ਼ਿਕਰ ਕਰੀਏ ਜਾਂ ਰਚਨਾਵਾਂ ਦਾ ਜ਼ਿਕਰ ਕਰੀਏ, ਖਾਸ ਤੌਰ 'ਤੇ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਉਹ ਪੁਸਤਕ ਜਿਹਦੇ ਉੱਤੇ ਅਵਾਰਡ ਮਿਲਿਆ 1955 ਦੇ ਵਿੱਚ, ਤਾਂ ਜਿਉਂਦਿਆਂ ਜੀ ਪ੍ਰਕਾਸ਼ਿਤ ਹੋਈ ਜਿਹਨਾਂ ਦੀ ਇਹ ਆਖਰੀ ਪੁਸਤਕ ਹੈ, ਮੇਰੇ ਸਾਈਆਂ ਜੀ। ਟੋਟਲ ਇਹ 'ਚ 72 ਕਵਿਤਾਵਾਂ ਨੇ, 11 ਰੁਬਾਈਆਂ ਨੇ, ਠੀਕ ਹੈ ਜੀ। ਇਹ ਥੋੜ੍ਹਾ ਯਾਦ ਰੱਖ ਲਿਓ। ਇਹਦੇ ਵਿੱਚ ਹੈ ਉਹੀ ਆਦਰਸ਼ ਪ੍ਰੀਤਮ ਦੇ ਵਿਛੋੜੇ ਦੀ ਕਸਕ ਜਾਂ ਬਿਰਹੋ, ਠੀਕ ਹੈ ਜੀ। ਨਿੱਜੀ ਭਾਵਾਂ ਨੂੰ, ਨਿੱਜੀ ਵਿਲਕਣੀਆਂ ਆਪਾਂ ਕਹਿ ਲਈਏ, ਨਿੱਜੀ ਅਹਿਸਾਸ, ਨਿੱਜੀ ਅਨੁਭਵਾਂ ਨੂੰ ਇਸ ਵਿੱਚ ਉਸਨੇ ਭਾਈ ਸਾਹਿਬ ਜੀ ਨੇ ਦਰਸਾਇਆ। ਹੁਣ ਖਾਸ ਤੌਰ 'ਤੇ ਜੋ ਪੇਪਰਾਂ ਵਿੱਚ ਆਉਣ ਵਾਲੇ ਬਣਦੇ ਨੇ, ਨਿੱਕੀ ਗੋਦ ਵਿੱਚ, ਤਾਂ ਇਹ ਰਚਨਾ ਕਿਹਦੀ ਹੈ, ਕਵਿਤਾ ਕਿਹਦੀ ਹੈ? ਤਾਂ ਭਾਈ ਵੀਰ ਸਿੰਘ ਜੀ ਦੀ ਹੈ। ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ, ਇਹ ਕੀ ਹੈ? ਇਹ ਇੱਕ ਰੁਬਾਈ ਹੈ ਜਿਹਦੇ ਵਿੱਚ ਗੁਲਾਬ ਦੇ ਫੁੱਲ ਦੇ ਮਾਧਿਅਮ ਰਾਹੀਂ ਪ੍ਰਕਿਰਤਿਕ ਸੂਝ, ਯਾਨੀ ਕਿ ਪ੍ਰਕਿਰਤੀ ਨੂੰ ਦੇਖਣਾ ਹੈ ਤੇ ਉਹਨੂੰ ਮੰਨਣਾ ਹੈ, ਉਹਨੂੰ ਨੁਕਸਾਨ ਨਹੀਂ ਪਹੁੰਚਾਉਣਾ ਹੈਗਾ। ਪੜ੍ਹਦੇ ਆਏ ਆਪਾਂ ਲੋਅਰ ਕਲਾਸਿਸ ਦੇ ਵਿੱਚ, ਡਾਲੀ ਨਾਲੋਂ ਤੋੜਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਇਹ ਕਵਿਤਾ ਤੁਸੀਂ ਪੜ੍ਹੀ ਹੈ। ਭਾਵ ਪ੍ਰਕਿਰਤੀ ਨੂੰ ਮੰਨਣ ਨੂੰ ਕਹਿ ਰਿਹਾ, ਉਹਦਾ ਉਪਦੇਸ਼ ਦੇ ਰਿਹਾ, ਉਪਦੇਸ਼ਾਤਮਕ ਕਵਿਤਾ ਕਹਿ ਸਕਦੇ ਆਪਾਂ ਇਸ ਨੂੰ। ਗੁਲਾਬ ਦਾ ਫੁੱਲ ਮਾਧਿਅਮ, ਇੱਕ ਜ਼ਰੀਆ ਬਣ ਰਿਹਾ। ਇਸ ਤੋਂ ਇਲਾਵਾ ਅਚਨਚੇਤੀ ਦਾ ਝਲਕਾ, ਠੀਕ ਹੈ ਜੀ। ਜਿਵੇਂ ਤਿਲਕ ਗਈ ਮੇਰੇ ਹੱਥ ਦੀ ਪੂਣੀ, ਚੁੱਪ ਹੋ ਗਈ ਕੁਕੇਂਦੜੀ ਚਰਖੀ, ਕਿਉਂਕਿ ਇਹ ਸਿਲੇਬਸ ਵਿੱਚ ਲੱਗੀਆਂ ਹੋਈਆਂ ਨੇ ਤਾਂ ਕਰਕੇ ਇਹ ਜ਼ਿਆਦਾ ਮਹੱਤਵਪੂਰਨ ਨੇ। ਸਮਾਂ ਕਵਿਤਾ ਹੈਗੀ ਹੈ। ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੇਕ, ਸਮੇਂ ਖਿਸਕਾਏ ਕੰਨੀ, ਇਸ ਤਰੀਕੇ ਨਾਲ। ਜਾਂ ਕੰਬ ਦੀ ਕਲਾਈ ਪੁੱਛ ਲੈਣ ਕਿਸ ਤਰ੍ਹਾਂ ਦੀ ਰਚਨਾ ਹੈ, ਤਾਂ ਪ੍ਰਗੀਤਕ ਰਚਨਾ ਹੈ।
ਬਿਨ ਫਸਾ ਫੁੱਲ ਵਿੱਚ ਕਿਸ ਦਾ ਮਾਨਵੀਕਰਨ ਹੋਇਆ ਹੈ? ਪ੍ਰਕਿਰਤੀ ਦਾ ਮਾਨਵੀਕਰਨ ਹੋਇਆ ਹੈ। ਟੁਕੜੀ ਜਗ ਤੋਂ ਨਿਆਰੀ ਵਿੱਚ ਕਿਸ ਦੀ ਸਿਫਤ ਕੀਤੀ ਗਈ ਹੈ? ਕਸ਼ਮੀਰ ਦੀ ਤਾਰੀਫ ਕੀਤੀ ਗਈ ਹੈ ਜੀ, ਸਿਫਤ ਕੀਤੀ ਗਈ ਹੈ। ਤਾਂ ਅਜਿਹੀਆਂ ਕਵਿਤਾਵਾਂ ਨੇ ਜਿਹਦੇ ਵਿੱਚ ਕੁਦਰਤ ਦੀ ਮੇਨਲੀ ਗੱਲ ਹੋਈ ਹੈ, ਤਰਕ ਦੇ ਆਧਾਰ ਤੇ ਹੋਈ ਹੈ। ਤੇ ਇਹ ਸਾਰੀਆਂ ਭਾਈ ਸਾਹਿਬ ਜੀ ਦੀਆਂ ਕਵਿਤਾਵਾਂ ਆਉਂਦੀਆਂ ਨੇ, ਜੋ ਨਿੱਕੀਆਂ ਕਵਿਤਾਵਾਂ ਦੇ ਅੰਤਰਗਤ ਆਉਂਦੀਆਂ ਨੇ। ਅਗਰ ਆਪਾਂ ਹੁਣ ਉਹਨਾਂ ਦੀ ਲੰਮੀਆਂ ਕਵਿਤਾਵਾਂ ਦੀ ਜ਼ਿਕਰ ਕਰੀਏ, ਕੁਝ ਇੰਪੋਰਟੈਂਟ ਚੱਕ ਲੈਂਦੇ ਹਾਂ, ਕਿਉਂਕਿ ਭਾਈ ਵੀਰ ਸਿੰਘ ਬਾਰੇ ਜਿੰਨੀ ਗੱਲ ਕੀਤੀ ਜਾਵੇ ਉਨੀ ਘੱਟ ਹੈ। ਕਾਫੀ ਤੁਹਾਡੇ ਸਿਲੇਬਸ ਦਾ ਸਭ ਤੋਂ ਵੱਡਾ ਪਾਰਟ ਹੈ। ਤਾਂ ਅਗਰ ਲੰਮੀਆਂ ਕਵਿਤਾਵਾਂ ਦੀ ਗੱਲ ਕੀਤੀ ਜਾਵੇ, ਮਰਦ ਦਾ ਕੁੱਤਾ, ਇਹ ਲੰਮੀਆਂ ਕਵਿਤਾਵਾਂ ਦੇ ਵਿੱਚ ਹੈ। ਇੱਕ ਪਿੱਛੇ ਪੇਪਰਾਂ ਦੇ ਵਿੱਚ ਮੇਰੇ ਸਮੇਂ ਦੌਰਾਨ ਜੋ ਮੇਰਾ ਨਿੱਜੀ ਤਜਰਬਾ ਰਿਹਾ, ਇੱਕ ਕਵਿਤਾ ਪੁੱਛੀ ਗਈ ਸੀ ਗੰਗਾ ਰਾਮ, ਜਿਹਦੇ ਵਿੱਚ ਤੋਤੇ ਦੇ ਰਾਹੀਂ ਸੁਤੰਤਰਤਾ ਦੇ ਸੰਕਲਪ ਨੂੰ ਪੇਸ਼ ਕੀਤਾ ਗਿਆ ਹੈ। ਇਹ ਵੀ ਇੱਕ ਲੰਮੀ ਕਵਿਤਾ ਹੈ। ਕੁਤਬ ਦੀ ਲਾਠ, ਇਹਦੇ ਵਿੱਚ ਸੱਭਿਆਚਾਰ ਤੇ ਸੁੰਦਰਤਾ ਨੂੰ ਦੀ ਸੁਮੇਲਤਾ ਨੂੰ ਪੇਸ਼ ਕੀਤਾ ਗਿਆ ਹੈ। ਬਿਸਮਿਲ ਮੋਰ, ਇਹਦੇ ਵਿੱਚ ਨਵੀਂ ਸੱਭਿਅਤਾ ਦੇ ਅਸਰ ਹੇਠ ਪੈਦਾ ਹੋ ਰਹੀ ਹਿੰਸਾ, ਨਵਾਂ ਕਲਚਰ ਜੋ ਆ ਰਿਹਾ ਹੈ, ਆਪਾਂ ਅਪਣਾ ਰਹੇ ਹਾਂ, ਆਪਣੀ ਅੱਜ ਦੀ ਪੀੜ੍ਹੀ ਅਪਣਾ ਰਹੀ ਹੈ, ਉਹਦੇ ਕੀ ਨੁਕਸਾਨ ਨੇ, ਠੀਕ ਹੈ, ਉਹ ਦੱਸੇ ਗਏ ਨੇ। ਤੇ ਐਸ਼ ਪ੍ਰਸਤੀ ਜੋ ਲੋਕ ਕਰਦੇ ਆ ਉਸ ਨਵੀਂ ਸੱਭਿਅਤਾ ਦੇ ਕਾਰਨ, ਉਸ ਦਾ ਵਿਰੋਧ ਕੀਤਾ ਗਿਆ ਹੈ ਇਸ ਕਵਿਤਾ ਦੇ ਵਿੱਚ, ਬਿਸਮਿਲ ਮੋਰ ਦੇ ਵਿੱਚ। ਫੁੰਡਿਆ ਤੋਤਾ, ਇਹਦੇ ਵਿੱਚ ਹੱਕ ਤੇ ਨਿਹੱਕ, ਹੱਕ ਤੇ ਨਿਹੱਕ ਦੀ ਗੱਲ ਕੀਤੀ ਗਈ ਹੈ। ਇਸ ਤੋਂ ਇਲਾਵਾ ਬੁਲਬੁਲ ਤੇ ਰਾਹੀ, ਬੁਲਬੁਲ ਤੇ ਰਾਹੀ ਇਹਨਾਂ ਦੀ ਐਵੇਂ ਦੀ ਕਵਿਤਾ ਹੈ ਜੋ ਇਹਨਾਂ ਨੇ ਪੁੱਛਿਆ ਜਾਂਦਾ ਕਿ ਕਿੱਥੇ ਬੈਠ ਕੇ ਲਿਖੀ, ਕਿਹੜੇ ਸ਼ਹਿਰ ਵਿੱਚ ਲਿਖੀ? ਤਾਂ ਨੈਨੀਤਾਲ ਉਹ ਸ਼ਹਿਰ ਹੈ। 1907 ਵਿੱਚ ਇਹਨਾਂ ਨੇ ਇਹ ਕਵਿਤਾ ਲਿਖੀ ਸੀ। ਇਹਦੇ ਵਿੱਚ ਇੱਕ ਲੰਬੀ ਵਾਰਤਾਲਾਪ ਹੈ, ਬੁਲਬੁਲ ਹੈ ਤੇ ਇੱਕ ਰਾਹੀ ਹੈ, ਰਾਹਗੀਰ ਹੈ, ਉਹਦੇ ਵਿੱਚ ਆਪਸੀ ਸੰਵਾਦ ਰਚਾਇਆ ਗਿਆ। ਤਾਂ ਇਸ ਤਰ੍ਹਾਂ ਕਰਦੇ ਹੋਏ ਅੱਜ ਅਸੀਂ ਭਾਈ ਵੀਰ ਸਿੰਘ ਜੀ ਬਾਰੇ ਚਰਚਾ ਕੀਤੀ ਹੈ। ਹੁਣ ਪ੍ਰਸ਼ਨ ਕਈਆਂ ਦਾ ਇਹ ਹੁੰਦਾ ਹੈ ਕਿ ਸਰ ਯਾਦ ਕਿਵੇਂ ਰੱਖੀਏ ਇੰਨਾ ਕੁਝ? ਦੇਖੋ, ਕੁਝ ਤਾਂ ਗੱਲਾਂ ਮੈਂ ਤੁਹਾਨੂੰ ਕੀਤੀਆਂ ਨੇ ਕਿ ਇਹ ਪੱਖ ਮਹੱਤਵਪੂਰਨ ਨੇ, ਇਹ ਤਾਂ ਤੁਹਾਨੂੰ ਯਾਦ ਕਰਨੇ ਪੈਣੇ ਆ। ਉਹ ਤਾਂ ਤੁਸੀਂ ਯਾਦ ਕਰਨੇ ਆ ਤੁਹਾਡਾ ਅਭਿਆਸ ਨਾਲ। ਅਭਿਆਸ ਕਿਵੇਂ ਹੋਊਗਾ? ਇੱਕ ਕੋਈ ਟੈਕਨੀਕ ਤੁਸੀਂ ਆਪਣੀ ਬਣਾ ਸਕਦੇ ਹੋ। ਬਾਕੀ ਸਭ ਤੋਂ ਬੈਸਟ ਤਰੀਕਾ ਜਿਹੜਾ ਹੈਗਾ ਲਿਖ ਕੇ ਅਭਿਆਸ ਕਰਨ ਦਾ। ਹੋਰ ਬਥੇਰੀਆਂ ਅਕੈਡਮੀਆਂ ਹੋਣਗੀਆਂ ਜਿਹੜੀਆਂ ਸਾਰਾ ਕੁਛ ਸ਼ਾਇਦ ਦੱਸ ਦਿੰਦੀਆਂ ਹੋਣਗੀਆਂ, ਇਸ ਤਰ੍ਹਾਂ ਅੰਕੜੇ ਵੀ ਦੱਸ ਦਿੰਦੀਆਂ ਹੋਣਗੀਆਂ, ਕਿਉਂਕਿ ਇੰਨੀ ਵੱਡੀ ਗੱਲ ਨਹੀਂ ਹੈਗੀ ਇਹ। ਹਾਂ, ਕਈ ਵਾਰ ਪ੍ਰਮਾਣਿਕਤਾ ਦੀ ਗੱਲ ਆ ਜਾਂਦੀ ਹੈ। ਪ੍ਰਮਾਣਿਕਤਾ ਉਹ ਹੁੰਦੀ ਹੈ ਜੋ ਟੈਕਸਟ ਬੁੱਕਸ ਹੁੰਦੀਆਂ ਨੇ। ਤਾਂ ਜੋ ਅੰਕੜੇ ਤੁਹਾਨੂੰ ਪ੍ਰੋਵਾਈਡ ਕਰਵਾਏ ਗਏ ਨੇ ਇਸ ਲੈਕਚਰ ਦੇ ਵਿੱਚ, ਉਹ ਸਾਰੇ ਅੰਕੜੇ ਪ੍ਰਮਾਣਿਕ ਨੇ, ਕਿਉਂਕਿ ਉਹ ਸਾਰੇ ਕਿਤਾਬਾਂ ਤੋਂ, ਟੈਕਸਟ ਬੁੱਕਸ ਤੋਂ ਮੁਹੱਈਆ ਕਰਵਾਏ ਗਏ ਨੇ ਤੁਹਾਡੇ ਵਾਸਤੇ। ਕਿਸੇ ਹੋਰ ਸਰੋਤ ਨੂੰ ਨਹੀਂ ਵਰਤਿਆ ਗਿਆ, ਜਾਂ ਕਿਸੇ ਫੇਮਸ ਸਰੋਤ ਨੂੰ ਜਾਂ ਕਿਸੇ ਇਤਿਹਾਸ ਨੂੰ ਨਹੀਂ ਵਰਤਿਆ ਗਿਆ। ਸਾਰਾ ਟੈਕਸਟ ਕਿਤਾਬਾਂ ਨੂੰ ਹੀ ਵਰਤਿਆ ਗਿਆ। ਤਾਂ ਉਮੀਦ ਹੈ ਕਿ ਤੁਹਾਨੂੰ ਇਹ ਅੱਜ ਦਾ ਲੈਕਚਰ ਵਧੀਆ ਲੱਗਿਆ ਹੋਊਗਾ। ਆਪਣੀ ਟੈਕਨੀਕਸ ਖੁਦ ਥੋੜ੍ਹੀ ਜਿਹੀਆਂ ਬਣਾ ਲਓ ਜਿਹਦੇ ਨਾਲ ਤੁਹਾਨੂੰ ਇਹ ਯਾਦ ਹੋ ਸਕੇ। ਲੈਕਚਰ ਨੂੰ ਇੱਕ ਦੋ ਵਾਰੀ ਸੁਣੋਗੇ, ਮੇਰੀ ਵੀਡੀਓ ਨੂੰ, ਇਸ ਨੂੰ ਜਿਹੜਾ ਮੇਰੀ ਸਾਰੀ ਵੋਇਸ ਤੁਹਾਡੇ ਕੋਲ ਪਹੁੰਚ ਰਹੀ ਹੈ, ਇਸ ਨੂੰ ਬਾਰ-ਬਾਰ ਸੁਣੋਗੇ, 2-4 ਵਾਰ ਸੁਣੋਗੇ, ਮੇਰੇ ਖਿਆਲ 'ਚ ਤੁਹਾਨੂੰ ਆਟੋਮੈਟਿਕਲੀ ਯਾਦ ਹੋ ਜਾਏਗਾ। ਬਾਕੀ ਫਿਰ ਉਹੀ ਕਹਾਂਗਾ ਕਿ ਲਿਖ ਕੇ ਪ੍ਰੈਕਟਿਸ ਕਰੋ, ਕਿਉਂਕਿ ਮੇਰਾ ਤਜਰਬਾ ਹੈ ਕਿ ਲਿਖਿਆ ਹੋਇਆ ਜੇ ਤੁਸੀਂ ਅੱਜ ਲਿਖ ਕੇ ਪ੍ਰੈਕਟਿਸ ਕਰਦੇ ਹੋ ਤੇ ਉਹੀ ਚੀਜ਼ ਨੂੰ ਬਾਅਦ ਵਿੱਚ 1-2 ਦਿਨ ਬਾਅਦ ਦੁਹਰਾਉਂਦੇ ਹੋ, ਅਗਰ ਤੁਹਾਨੂੰ ਉਸ ਸਮੇਂ ਉਹ ਚੀਜ਼ ਯਾਦ ਰਹਿੰਦੀ ਹੈ 1-2 ਦਿਨ ਦੇ ਬਾਅਦ, ਨਾਲ ਦੀ ਨਾਲ ਉਸੇ ਦਿਨ ਨਹੀਂ, ਤਾਂ ਅਗਰ ਤੁਹਾਨੂੰ ਉਹ 2 ਦਿਨ ਬਾਅਦ ਵੀ ਯਾਦ ਰਹਿੰਦੀ ਹੈ ਤਾਂ ਇਹ ਮੰਨਿਆ ਜਾਏਗਾ ਕਿ ਤੁਹਾਡੀ ਉਹ ਪਰਮਾਨੈਂਟ ਮੈਮਰੀ ਵਿੱਚ ਗਈ ਹੈ ਚੀਜ਼, ਜੋ ਵੀ ਕਨਸੈਪਟ ਤੁਸੀਂ ਯਾਦ ਕੀਤਾ। ਅਗਰ ਅੱਜ ਹੀ ਲਿਖ ਕੇ ਅੱਜ ਉਹਦੀ ਦੁਹਰਾਈ ਕਰੋਗੇ ਤਾਂ ਉਹ ਪਰਮਾਨੈਂਟ ਮੈਮਰੀ ਵਾਸਤੇ ਨਹੀਂ ਹੁੰਦਾ, ਉਹ ਇੱਕ ਟੈਂਪਰੇਰੀ ਕਿ ਉਸੇ ਸਮੇਂ
ਵਾਸਤੇ ਹੁੰਦਾ ਹੈ, ਕਿਉਂਕਿ ਦਿਮਾਗ ਦੇ ਉੱਪਰ ਹੋਰ ਕਨਸੈਪਟ ਆਪਾਂ ਯਾਦ ਕਰਦੇ ਜਾਂਦੇ ਨੇ। ਜਦੋਂ ਉਹ ਚੜ੍ਹਦੇ ਨੇ ਦਿਮਾਗ ਦੇ ਉੱਤੇ, ਉਸ ਤੋਂ ਬਾਅਦ ਪੁਰਾਣਾ ਕਨਸੈਪਟ ਤੁਹਾਨੂੰ ਫਿਰ ਯਾਦ ਰਹਿੰਦਾ ਹੈ, ਤਾਂ ਕਹਾਂਗੇ ਕਿ ਤੁਹਾਨੂੰ ਚੰਗੀ ਤਰ੍ਹਾਂ ਯਾਦ ਰਿਹਾ। ਅਤੇ ਯਾਦ ਰੱਖਣ ਦਾ ਢੰਗ ਇਹ ਹੈ ਕਿ ਰੱਟੇ ਨਾ ਮਾਰੋ, MCQ ਕਿਤਾਬਾਂ ਦਾ ਕੱਲੀਆਂ ਉੱਤੇ ਵਿਸ਼ਵਾਸ ਨਾ ਕਰੋ, ਉਹਦਾ ਖਹਿੜਾ ਛੱਡੋ, ਵਿਸਥਾਰ 'ਚ ਪੜ੍ਹਨਾ ਸਿੱਖੋ। ਹੁਣ ਕਈ ਵਿਦਿਆਰਥੀਆਂ ਨੂੰ ਅੱਜ ਹੀ ਸ਼ਾਇਦ ਪਤਾ ਲੱਗਿਆ ਹੋਊਗਾ ਕਿ ਆਧੁਨਿਕ ਪੰਜਾਬੀ ਕਾਵਿ ਆਧੁਨਿਕ ਕੀ ਹੈ, ਜੋ ਹੁਣੇ ਵਾਪਰਿਆ। ਰਹੱਸਵਾਦ ਦਾ ਨਹੀਂ ਕਈਆਂ ਨੂੰ ਪਤਾ ਹੋਏਗਾ ਕਿ ਰਹੱਸਵਾਦ ਅਤੇ ਨਵ ਰਹੱਸਵਾਦ 'ਚ ਕੀ ਫਰਕ ਹੈ, ਉਹ ਤੁਹਾਨੂੰ ਇਸ ਲੈਕਚਰ ਤੋਂ ਪਤਾ ਲੱਗ ਗਿਆ ਹੋਏਗਾ। ਅਤੇ ਹੋਰ ਵੀ ਕਈ ਗੱਲਾਂ ਨਵੀਆਂ ਕੁਝ ਸਿੱਖਣ ਨੂੰ ਮਿਲੀਆਂ ਹੋਣਗੀਆਂ। ਉਮੀਦ ਕਰਦਾ ਜੀ ਮੈਂ ਇਸ ਚੀਜ਼ ਦਾ। ਅਤੇ ਅਗਲੇ ਲੈਕਚਰ ਲਈ ਅਗਲੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਊਂਗਾ ਮੈਂ। ਨੈਕਸਟ ਜੋ ਆਪਣੇ ਪ੍ਰੋਫੈਸਰ ਪੂਰਨ ਸਿੰਘ ਨੇ ਸਿਲੇਬਸ ਦੇ ਅਨੁਸਾਰ, ਉਹਨਾਂ ਉੱਤੇ ਉਹਨਾਂ ਦਾ ਕੋਈ ਜ਼ਿਆਦਾ ਮੈਟਰ ਵੀ ਨਹੀਂ ਹੈਗਾ ਆਪਣੇ ਕੋਲ, ਉਹ ਈਜ਼ੀਲੀ ਹੋ ਜਾਏਗਾ। ਭਾਈ ਵੀਰ ਸਿੰਘ ਜੀ ਥੋੜ੍ਹਾ ਜ਼ਿਆਦਾ ਮੈਟਰ ਹੈਗਾ ਯਾਦ ਕਰਨ ਵਾਲਾ, ਜਿਹੜਾ ਤੁਹਾਨੂੰ ਕਰਨਾ ਪੈਣਾ। ਤਾਂ ਅੱਜ ਦੇ ਵਾਸਤੇ ਇੰਨਾ ਹੀ, ਠੀਕ ਹੈ ਜੀ। ਮੈਂ ਆਪਣੇ ਬਾਰੇ ਸਿਰਫ ਇੰਨੀ ਹੀ ਇੰਟਰੋਡਕਸ਼ਨ ਦਿੱਤੀ ਹੈ ਤੁਹਾਨੂੰ ਕਿ ਮੇਰਾ ਨਾਮ ਸਤਨਾਮ ਸਿੰਘ ਕੈਂਥ ਹੈ ਜੀ, ਠੀਕ ਹੈ। ਉਮੀਦ ਹੈ ਕਿ ਤੁਹਾਨੂੰ ਇਹ ਕਲਾਸ ਪਸੰਦ ਆਈ ਹੋਊਗੀ। ਬਾਕੀ ਜਾਣਕਾਰੀ ਮੈਂ ਆਪਣੇ ਬਾਰੇ ਸਮੇਂ-ਸਮੇਂ 'ਤੇ ਦਿੰਦਾ ਰਹਾਂਗਾ। ਜਿਹੜੇ ਵਿਦਿਆਰਥੀ ਪਹਿਲਾਂ ਜੁੜੇ ਹੋਏ ਨੇ ਮੇਰੇ ਨਾਲ, ਉਹ ਚੰਗੀ ਤਰ੍ਹਾਂ ਜਾਣਦੇ ਨੇ। ਉਮੀਦ ਹੈ ਕਿ ਹੋਰ ਵੀ ਜਿਹੜੇ ਬੱਚੇ ਹੈਗੇ ਨੇ ਉਹ ਇਸ ਤੋਂ ਮੁਫਤ ਸਿੱਖਿਆ ਜਿਹੜੀ ਅਸੀਂ ਪ੍ਰੋਵਾਈਡ ਕਰਨੀ ਸ਼ੁਰੂ ਕੀਤੀ ਹੈ, ਉਹ ਤੋਂ ਇਸ ਤੋਂ ਲਾਹਾ ਖੱਟਣਗੇ। ਤਾਂ ਅੱਜ ਲਈ ਇੰਨਾ ਹੀ। ਬਹੁਤ ਬਹੁਤ ਧੰਨਵਾਦ। Thank you.